ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਹੈਲਥ ਟਾਕ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਲੈ ਕੇ ਜੀ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਗੱਲਬਾਤ ਕਰਾਂਗੇ ਅੱਜ ਕਰੋਨਾ ਵਾਇਰਸ ਦੇ ਬਾਰੇ ਤੇ ਨਾਲ ਹੀ ਗੱਲਬਾਤ ਕਰਾਂਗੇ ਵੈਕਸੀਨ ਦੇ ਬਾਰੇ ਵਿੱਚ। ਤੁਹਾਡਾ ਕੋਈ ਸਵਾਲ ਹੈਗਾ ਵੈਕਸੀਨ ਨੂੰ ਲੈ ਕੇ ਜਾਂ ਫਿਰ ਕੋਵਿਡ ਨੂੰ ਲੈ ਕੇ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਵੀ ਤੁਹਾਡਾ ਸਿਹਤ ਸੰਬੰਧੀ ਕੋਈ ਵੀ ਸਵਾਲ ਹੈ ਸਾਨੂੰ ਕਾਲ ਕਰ ਸਕਦੇ ਹੋ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਇਸ ਮਾਮਲੇ ਉੱਤੇ ਨਵੀਂ ਅਪਡੇਸ਼ਨ ਦੇਣ ਲਈ, ਕਰੋਨਾ ਵਾਇਰਸ ਤੇ ਨਵੀਂ ਅਪਡੇਸ਼ਨ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਡਾਕਟਰ ਹਰਪ੍ਰੀਤ ਸਿੰਘ ਬਜਾਜ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਤਰਨਜੀਤ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵਿਸਾਖੀ ਦੀਆਂ ਤੇ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਨੇ। ਜਿਹੜੇ ਲੋਕ ਨਵਰਾਤਰੀ ਜਾਂ ਰਮਜ਼ਾਨ ਮਨਾਉਂਦੇ ਹੈਗੇ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਹੈਗੀ ਹੈ ਜੀ। ਤੁਹਾਨੂੰ ਵੀ ਸਰ ਬਹੁਤ ਬਹੁਤ ਮੁਬਾਰਕਬਾਦ। ਕੀ ਹਾਲ ਚਾਲ ਨੇ ਸਰ? ਠੀਕ ਹੈ ਜੀ, ਤੁਹਾਡਾ ਕੀ ਹਾਲ ਨੇ ਜੀ ਤਰਨਜੀਤ ਜੀ? ਹੁਣ ਤਾਂ ਵੈਕਸੀਨ ਲੱਗਣੇ ਸ਼ੁਰੂ ਹੋ ਰਹੇ ਨੇ ਤੇ ਤੁਹਾਡੀ ਵਾਰੀ ਵੀ ਆਉਣ ਵਾਲੀ ਹੈਗੀ ਜਲਦੀ, ਹੋਪਫੁਲੀ। ਬਿਲਕੁਲ ਸਰ, ਬੁਕਿੰਗ ਲਈ ਰੈਡੀ ਹਾਂ ਅਸੀਂ। ਬਸ ਸਾਨੂੰ ਇੱਕ ਵਾਰੀ ਇਸ਼ਾਰਾ ਹੋਵੇ ਕਿ ਹੁਣ ਤੁਸੀਂ ਕਰਵਾ ਸਕਦੇ ਹੋ ਤਾਂ ਅਸੀਂ ਮਿੰਟ 'ਚ ਜਾ ਕੇ ਕਰਵਾ ਆਉਣੀ ਆ ਜੀ। ਬਿਲਕੁਲ ਸਰ, ਕੋਵਿਡ ਦੀ ਗੱਲ ਕਰੀਏ, ਆਪਾਂ ਟੌਪਿਕ ਦੇ ਉੱਤੇ ਆਈਏ। ਕਰੋਨਾ ਵਾਇਰਸ ਮਾਮਲੇ ਲਗਾਤਾਰ 4000 ਤੋਂ ਉੱਪਰ ਆਉਂਦੇ ਰਹੇ ਨੇ। ਕੱਲ ਦੀ ਗੱਲ ਕਰੀਏ 4401 4400 ਤੋਂ ਉੱਤੇ ਮਾਮਲੇ ਸਾਹਮਣੇ ਆਏ ਨੇ। ਅੱਜ ਹਾਲਾਂਕਿ ਮਾਮਲੇ ਘਟੇ ਨੇ, 3670 ਮਾਮਲੇ ਸਾਹਮਣੇ ਆਏ ਨੇ, ਪਰ ਲਾਕਡਾਊਨ ਥੋੜਾ ਜਿਹਾ ਦੇਰੀ ਨਾਲ ਨਹੀਂ ਕਰਤਾ ਇਹਨਾਂ ਨੇ, ਕਿਉਂਕਿ ਮਾਮਲੇ ਜਦੋਂ ਪੂਰੇ ਵੱਧ ਗਏ ਉਸ ਵੇਲੇ ਲਾਕਡਾਊਨ ਕੀਤਾ ਗਿਆ। ਤੇ ਲਾਕਡਾਊਨ ਦੀ ਵੀ ਗੱਲ ਕਰੀਏ, ਸੜਕਾਂ ਤੇ ਉਸੇ ਤਰੀਕੇ ਨਾਲ ਟ੍ਰੈਫਿਕ ਹੈ, ਸਭ ਕੁਝ ਉਵੇਂ ਹੀ ਹੈ, ਕੋਈ ਚੀਜ਼ ਦੇ ਵਿੱਚ ਲੱਗ ਹੀ ਨਹੀਂ ਰਿਹਾ, ਕੁਝ ਬੰਦ ਹੈ ਜੀ। ਦੋ ਚੀਜ਼ਾਂ ਹੈਗੀਆਂ, ਇੱਕ ਤਾਂ ਵੀ ਆਪਾਂ ਮਿਕਸਡ ਮੈਸੇजेस ਕਹਿ ਲਈਏ। ਆਪਾਂ ਛੁੱਟੀਆਂ ਤੋਂ ਪਹਿਲਾਂ ਦਸੰਬਰ ਵਿੱਚ ਵੀ ਐਵੇਂ ਹੋਇਆ ਸੀਗਾ, ਕ੍ਰਿਸਮਸ ਤੋਂ ਪਹਿਲਾਂ ਸਾਡੇ ਪ੍ਰੀਮੀਅਰ ਨੇ ਕਿਹਾ ਸੀਗਾ ਲਾਕਡਾਊਨ ਕ੍ਰਿਸਮਸ ਤੋਂ ਬਾਅਦ ਸ਼ੁਰੂ ਕਰਾਂਗੇ। ਸੇਮ ਚੀਜ਼ ਹੁਣ ਇਹ ਹੈਗੀ ਹੈ ਕਿ ਈਸਟਰ ਵੀਕਐਂਡ ਹੋ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਲਾਕਡਾਊਨ ਕਰ ਦਿੰਦੇ ਹੈਗੇ ਆ, ਸਟੇ ਐਟ ਹੋਮ ਆਰਡਰ ਦੇ ਦਿੰਦੇ ਹੈਗੇ ਆ। ਤੇ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਦੀ ਗੱਲ ਹੈਗੀ ਆ। ਮੈਂ ਜੇ ਇੱਕ ਸਮਾਨਤਾ ਐਗਜ਼ਾਮਪਲ ਦੇਵਾਂ ਆਪਣੇ ਵਿਊਅਰਸ ਵਾਸਤੇ, ਵੀ ਜੇ ਆਪਾਂ ਅੱਜ ਮੀਂਹ ਹੁੰਦਾ ਸੀਗਾ ਸਵੇਰੇ, ਅੱਜ ਮੀਂਹ ਹੈਗਾ ਸੀਗਾ ਤੇ ਕਣੀਆਂ ਪੈਂਦੀਆਂ ਹੈਗੀਆਂ, ਜੇ ਆਪਣੇ ਕੋਲ ਛਾਤਾ ਹੈਗਾ, ਛਤਰੀ ਹੈਗੀ ਹੈ ਨਾਲ, ਤੇ ਪਰ ਆਪਾਂ ਜਦੋਂ ਮੀਂਹ ਪੈਣ ਜਦੋਂ ਨਹੀਂ ਪੈ ਰਿਹਾ ਤਾਂ ਆਪਣੇ ਨਾਲ ਰੱਖਦੇ ਹੈਗੇ ਆ। ਜਦੋਂ ਆਪਾਂ ਭਿੱਜੀ ਜਾਂਦੇ ਹੈਗੇ ਆ, ਫਿਰ ਆਪਾਂ ਕਦੋਂ ਖੋਲਦੇ ਹਾਂ ਛਾਤਾ? ਤਾਂ ਆਪਾਂ ਨੂੰ ਮੀਂਹ ਪੈਣਾ ਬੰਦ ਹੁੰਦਾ ਤੇ ਫਿਰ ਆਪਾਂ ਸੁੱਕਣ ਦੀ ਗੱਲ ਕਰਦੇ ਹੈਗੇ ਆ। ਜੇ ਆਪਾਂ ਛੇਤੀ ਹੀ ਛਤਰੀ ਖੋਲ ਦਿਆਂਗੇ ਤੇ ਫਿਰ ਮੀਂਹ ਦੀ ਬਾਰਿਸ਼ ਨਹੀਂ ਹੋਏਗੀ ਤੇ ਪਾਣੀ ਆਪਾਂ ਸੁੱਕੇ ਰਹਿ ਜਾਵਾਂਗੇ। ਉਹ ਗੱਲ ਇਹਦੀ ਹੈਗੀ ਹੈ ਕਿ ਜਦੋਂ ਕੇਸ ਨੱਕ ਤੋਂ ਵੱਧ ਗਏ ਹੈਗੇ ਆ, ਪਾਣੀ ਸਿਰ ਤੋਂ ਉੱਪਰ ਚਲਾ ਗਿਆ ਹੈਗਾ, ਜਦੋਂ 600 ਤੋਂ ਵੀ ਜ਼ਿਆਦਾ ICU ਬੈੱਡ ਜਦੋਂ ਭਰੇ ਗਏ ਹੈਗੇ ਆ, ਜਦੋਂ ਸਿੱਖ ਚਿਲਡਰਨ ਵਿੱਚ ਵੀ ਹਸਪੀਟਲ ਵਿੱਚ ਵੀ ਬੱਚਿਆਂ ਦੇ ਬੈੱਡ ਉਹਦੇ ਅਡਲਟ ICU ਦੇ ਬੈੱਡ ਯੂਜ਼ ਕਰ ਰਹੇ ਹੈਗੇ, ਕਿਉਂਕਿ ਇੰਨੇ ICU ਦੇ ਬੈੱਡ ਨਹੀਂ ਹੈਗੇ ਆ। ਤਾਂ ਅਸੀਂ ਲਾਕਡਾਊਨ ਕਰ ਰਹੇ ਹੈਗੇ। ਜਿੰਨੀ ਛੇਤੀ ਹੁੰਦਾ ਤੇ ਇੰਨੇ ਕੇਸ ਨਹੀਂ ਬਣਦੇ ਸੀਗੇ, ਬਟ ਐਟਲੀਸਟ ਦੇਰ ਆਏ ਦਰੁਸਤ ਆਏ। ਹੁਣ ਅਸੀਂ ਹੋਪ ਕਰ ਸਕਦੇ ਹਾਂ ਕਿ ਅਗਲੇ 1-2 ਹਫ਼ਤਿਆਂ ਵਿੱਚ ਕੇਸ ਘੱਟ ਸਕਣਗੇ ਜੀ। ਬਿਲਕੁਲ। ਤੇ ਸਰ ਉਮੀਦ ਕਰਦੇ ਹਾਂ ਕਿ ਜੇ ਮਾਮਲੇ ਘਟਣੇ ਸ਼ੁਰੂ ਹੋ ਜਾਣ, ਕਿਉਂਕਿ ਥਰਡ ਵੇਵ ਦੀ ਜਿਵੇਂ ਗੱਲ ਆਖੀ ਜਾ ਰਹੀ ਹੈ, ਮਾਮਲੇ ਬਹੁਤ ਵੱਧ ਰਹੇ ਨੇ। ਸਭ ਤੋਂ ਵੱਡੀ ਗੱਲ ਹੈ ਕਿ ਇਸ ਵਾਰੀ ਯੂਥ ਜ਼ਿਆਦਾ ਹਿੱਟ ਹੋ ਰਿਹਾ ਕਰੋਨਾ ਵਾਇਰਸ ਦੇ ਕਰਕੇ। ਜੀ, ਸਭ ਤੋਂ ਵਧੀਆ ਗੱਲ ਜਿਹੜੀ ਹੈਗੀ ਹੈ ਕਿ ਡੈਥ ਰੇਟ ਘੱਟ ਹੈਗਾ ਤੀਸਰੀ ਵੇਵ ਵਿੱਚ। ਉਹ ਕਿਉਂ ਹੈਗਾ? ਕਿਉਂਕਿ ਜਿਹੜੇ ਨਰਸਿੰਗ ਹੋਮ, ਲੌਂਗ ਟਰਮ ਕੇਅਰ ਹੋਮ ਹੈਗੇ ਨੇ, ਉਹਨਾਂ ਦੇ ਤਾਂ ਸਾਰਿਆਂ ਨੂੰ ਵੈਕਸੀਨ ਦਿੱਤੀ ਗਈ ਹੈਗੀ ਹੈ ਤੇ ਉੱਥੇ ਬਚਾਅ ਹੋ ਰਿਹਾ ਹੈਗਾ। ਤੇ ਯੰਗ ਪੀਪਲ ਵਿੱਚ ਜ਼ਿਆਦਾ ਹੋ ਰਹੇ ਕੇਸ, ਬਟ ਐਟਲੀਸਟ ਡੈਥ ਰੇਟ ਘੱਟ ਹੈਗਾ। ਬਿਲਕੁਲ ਸਰ, ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਸਾਡੇ ਜੁੜਨੇ ਸ਼ੁਰੂ ਹੋ ਗਏ ਨੇ, ਕਾਲਸ ਆਉਣੀ ਸ਼ੁਰੂ ਹੋ ਗਈਆਂ ਨੇ। ਅਸੀਂ ਕੀ ਕਰਕੇ ਪਹਿਲਾਂ ਕਾਲਸ ਕਰ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਕੈਲਗਰੀ ਤੋਂ ਬੋਲ ਰਿਹਾ ਸੀ ਜੀ। ਜੀ ਹੈਲੋ, ਹਾਂਜੀ ਦੱਸੋ ਜੀ, ਕੀ ਸਵਾਲ ਹੈ? ਹਾਂ, ਮੈਂ ਇਹ ਕੁਐਸਚਨ ਪੁੱਛਣਾ ਚਾਹੁੰਦਾ ਸੀ ਵੀ ਮੇਰੀ ਵਾਈਫ ਹੈ, ਉਹ ਆਟੋ ਇਮਿਊਨ ਡਿਜ਼ੀਜ਼ ਨਾਲ ਸੰਬੰਧ ਰੱਖਦੀ ਹੈ। ਆਟੋ ਇਮਿਊਨ ਡਿਜ਼ੀਜ਼ ਜੀ, ਤਾਂ ਉਹ ਕੋਵਿਡ ਦਾ ਇੰਜੈਕਸ਼ਨ ਲੈ ਸਕਦੀ ਹੈ ਕਿ ਨਹੀਂ ਲੈ ਸਕਦੀ ਜੀ? ਕਿਹੜੀ ਆਟੋ ਇਮਿਊਨ ਡਿਜ਼ੀਜ਼ ਹੈਗੀ ਹੈ ਜੀ? ਕਿਹੜੀ ਆਟੋ ਇਮਿਊਨ ਡਿਜ਼ੀਜ਼ ਹੈ ਜੀ ਉਹਨਾਂ ਨੂੰ? ਇਹਨਾਂ ਨੇ ਡਾਕਟਰ ਸਾਹਿਬ ਨੇ ਲਿਖਿਆ ਸਿਸਟੇਮੈਟਿਕ ਸਕਲੈਰੋਸਿਸ ਵਗੈਰਾ ਲਿਖਿਆ ਹੈਗਾ। ਮਲਟੀਪਲ ਸਕਲੈਰੋਸਿਸ। ਜੀ, ਮਲਟੀਪਲ ਦੀ ਗੱਲ ਕਰ ਰਹੇ ਹੋ ਤੁਸੀਂ? ਹਾਂਜੀ, ਮਲਟੀਪਲ ਜੀ। ਜੀ, ਡਾਕਟਰ ਬਜਾਜ ਕੁਝ ਪੁੱਛਣਾ ਜਾਂ ਪਾ ਸਕਦੇ ਹੋ? ਮਤਲਬ ਜਿਹੜੇ ਹੱਥ ਨੀਲੇ ਟੁੱਟੇ ਹੋਏ ਗੱਲ ਕਰ ਤੇ ਮਤਲਬ ਵੀ ਇਹ ਡਿਜ਼ੀਜ਼ ਹੈ ਪਿਛਲੇ ਤਕਰੀਬਨ 7-8 ਸਾਲ ਤੋਂ ਚੱਲ ਰਹੀ ਹੈ, ਮੈਡੀਸਨ ਚੱਲ ਰਹੀ ਹੈ ਜੀ। ਮੈਡੀਸਨ ਕਿਹੜੀ ਚੱਲ ਰਹੀ ਹੈ? ਇੱਕ ਚੀਜ਼ ਮੈਂ ਇਹਦੇ ਵਿੱਚ ਦੱਸਣਾ ਚਾਹੁੰਦਾ ਸੀ ਵੀ ਐਤਕੀ ਉਹ ਜਿਵੇਂ
ਦਸੰਬਰ 2020 ਚ 4 ਦਸੰਬਰ ਨੂੰ ਇੱਕ ਵਾਰੀ ਕੋਵਿਡ ਪੋਜ਼ਿਟਿਵ ਹੋ ਗਏ ਸੀਗੇ। ਓਕੇ, ਠੀਕ ਹੈ, ਤੇ ਮਤਲਬ ਪੋਜ਼ਿਟਿਵ ਆਈ ਸੀਗੀ ਰਿਪੋਰਟ, ਤੇ ਉਸ ਤੋਂ ਬਾਅਦ 14 ਦਿਨ ਕੁਆਰੰਟਾਈਨ ਪੀਰੀਅਡ ਚ ਰਹੇ ਹੈਗੇ ਆ, ਤੇ ਨਾਓ ਸ਼ੀ ਇਜ਼ ਆਲ ਰਾਈਟ, ਕੋਈ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ ਜੀ। 1-10 ਦਿਨ ਟੈਂਪਰੇਚਰ ਖਤਮ ਹੋ ਗਿਆ ਸੀਗਾ, ਜੀ ਤੇ ਖਾਂਸੀ ਜਿਹੜੀ ਹੈ ਕੁਆਰੰਟਾਈਨ ਤੋਂ ਬਾਅਦ ਵੀ 15-20 ਦਿਨ ਕੰਟੀਨਿਊ ਰਹੀ ਹੈ। ਜੀ ਸਰ, ਉਹ ਕਿਹੜੀ ਮੈਡੀਸਨ ਲੈਂਦੇ ਨੇ? ਮੈਡੀਸਨ ਸਟੀਰੋਇਡ ਤਾਂ ਨਹੀਂ? ਇੱਕ ਤਾਂ ਮੇਨ ਲੈਂਦੇ ਜੀ ਅਜ਼ਿਥ੍ਰੋਪਰਾਈਨ ਜੀ, ਇੱਕ ਹਾਈਡਰੋਕਲੋਰੋਕੁਇਨ ਲੈਂਦੇ, ਮੇਨ ਤਾਂ ਇਹ ਦੋ ਹੈਗੀਆਂ ਜੀ। ਤੇ ਇੱਕ ਜਿਹੜੀ ਕੋਈ ਚੈਸਟ ਵਾਸਤੇ ਸ਼ਾਇਦ ਹੈਗੀ ਹੈ ਮੈਡੀਸਨ ਕੋਈ ਦਿੱਤੀ ਹੋਈ ਉਹਨਾਂ ਨੇ। ਜੀ ਜੀ, ਤੇ ਸਰ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਹਾਂਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਟੀਵੀ ਸਕਰੀਨ ਤੇ ਆਨਸਰ ਸੁਣ ਲਿਓ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਜੀ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? हाय, मैं सरी ब्रिटिश कोलंबिया तो बोल रही हूँ जी। मेरा क्वेश्चन है कि मेरा बेटा है बॉर्न एंड ग्रोन अप इन कैनेडा ਤੇ ਉਹ ਆਇਰਲੈਂਡ 'ਚ ਪੜ ਰਿਹਾ, ਤੇ ਜਦੋਂ ਇਹਨਾਂ ਨੇ ਐਸਟਰਾਜ਼ੈਨੇਕਾ ਰਿਲੀਜ਼ ਕੀਤੀ ਸੀ ਉਹਨਾਂ ਨੇ ਇੰਜੈਕਸ਼ਨ ਲੈ ਦਿੱਤਾ ਪਹਿਲਾ ਵਾਲਾ, ਸੋ ਨੋ ਇਸ਼ੂਜ਼ ਐਟ ਆਲ। ਨਾਓ ਹੁਣ ਇਹ ਆ ਗਿਆ ਕਿ ਇਹਨਾਂ ਦੇ ਕਲੌਟਿੰਗ ਹੋ ਜਾਂਦੀ ਹੈ, ਦਿਸ ਐਂਡ ਦੈਟ। ਮਾਈ ਫਰਸਟ ਕੁਐਸਚਨ ਇਜ਼ ਕਿ ਲੈਣੀ ਚਾਹੀਦੀ ਹੈ ਸੈਕੰਡ ਡੋਜ਼, ਜੇ ਉਹਨੂੰ ਪਹਿਲੀ ਨਾਲ ਕੋਈ ਕੰਪਲਿਕੇਸ਼ਨ ਨਹੀਂ ਹੋਈ। ਮਾਈ ਸੈਕੰਡ ਕੁਐਸਚਨ ਇਜ਼ ਕਿ ਇਹਨਾਂ ਨੇ ਐਸਟਰਾਜ਼ੈਨੇਕਾ ਬੰਦ ਕਰ ਦਿੱਤੀ ਬਾਈ ਸਮ ਰੀਜ਼ਨ ਟੋਟਲੀ, should he get Pfizer then? And if he also got COVID in December, which he totally recovered, he was totally asymptomatic. So we are very confused. So if doctor has any suggestions. ਵੈਕਸੀਨ ਦੀ ਡੋਜ਼ ਕਦੋਂ ਲੱਗੀ ਸੀ? ਵੈਕਸੀਨ ਦੀ ਡੋਜ਼ ਕਦੋਂ ਲੱਗੀ ਸੀ ਉਹਨਾਂ ਨੂੰ? His second dose was supposed to be due in May. His first one was early, like after 1 month after he got COVID. So they gave AstraZeneca to all the students there. So that was like in early February, I think. Yeah, February. ਜੀ, ਤੇ ਡਾਕਟਰ ਬਜਾਜ ਕੁਝ ਪੁੱਛਣਾ ਜਾਂ ਆਨਸਰ ਦਈਏ? ਨਹੀਂ, ਠੀਕ ਹੈ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। Okay, thanks. ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਬੋਲ ਰਿਹਾ ਜੀ ਇੱਥੋਂ ਕੈਨੇਡਾ ਤੋਂ। ਜੀ ਦੱਸੋ ਜੀ। ਕੈਨੇਡਾ ਤੋਂ ਬੋਲ ਰਿਹਾ। ਦੱਸੋ ਸਰ, ਕੀ ਸਵਾਲ ਕੀ ਹੈ? ਥੋੜਾ ਛੋਟਾ ਸਵਾਲ ਰੱਖਿਓ, ਸਾਡੇ ਕਾਲਰਸ ਹੋਰ ਬਹੁਤ ਕਾਲ ਕਰ ਰਹੇ ਨੇ। ਦੱਸੋ ਜੀ, ਕੀ ਸਵਾਲ ਹੈ ਤੁਹਾਡਾ? ਓਕੇ, ਹਾਂਜੀ, ਕੀ ਸਵਾਲ ਹੈ ਤੁਹਾਡਾ? ਹੈਲੋ। ਹਾਂਜੀ ਹਾਂਜੀ ਸਰ, ਟੀਵੀ ਦੀ ਆਵਾਜ਼ ਬੰਦ ਕਰਕੇ ਦੱਸੋ ਕੀ ਸਵਾਲ ਹੈ। ਅੱਛਾ ਜੀ, ਮੇਰੇ ਸਰ ਤੁਸੀਂ ਦੁਬਾਰਾ ਕਾਲ ਕਰ ਲਿਓ, ਇਟਸ ਓਕੇ। ਨੈਕਸਟ ਕਾਲਰ ਸਾਡੇ ਜੁੜ ਗਏ ਨੇ, ਉਹਨਾਂ ਨੂੰ ਅਸੀਂ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? क्वेश्चन पूछना सर, मेरे ना मतलब में कोरोना पॉजिटिव होया ਤੇ ਉਹਨਾਂ ਦੀ ਏਜ ਹੈਗੀ 74 ਤੇ ਉਹਨਾਂ ਦਾ ਜਿਹੜਾ ਆਈਸੋਲੇਸ਼ਨ ਹੈਗਾ 28 ਨੂੰ ਖਤਮ ਹੋਣਾ ਹੈ। ਮਤਲਬ ਉਹਨਾਂ ਦੀ ਜਿਹੜਾ ਆਈਸੋਲੇਸ਼ਨ ਹੋਇਆ ਤੇ ਉਸ ਤੋਂ ਬਾਅਦ ਮੈਂ ਪੁੱਛ ਰਿਹਾ ਅਗਲੇ ਮਹੀਨੇ ਅਸੀਂ ਕਿਹੜੀ ਤਰੀਕ ਨੂੰ ਆਪਣੀ ਵੈਕਸੀਨ ਲਵਾ ਸਕਦੇ ਹਾਂ? ਫਾਈਜ਼ਰ ਜੇ ਲਵਾ ਸਕਦੇ ਹਾਂ, ਸੇਫ ਹੈ ਨਹੀਂ ਸੇਫ? ਦੂਸਰਾ ਸਰ, ਮੈਨੂੰ ਵੀ ਕਰੋਨਾ ਹੋਇਆ ਤੇ ਮੈਂ ਐਲੀਜੀਬਲ ਹੈਗਾ, ਮੇਰੀ ਏਜ 38 ਹੈ। ਫਿਰ ਮੈਨੂੰ ਆਪਣੇ ਮਦਰ ਦਾ ਦੱਸ ਦਿਓ ਕਿ ਉਹ ਆਪਣੀ ਵੈਕਸੀਨ ਲਵਾ ਸਕਦੇ, ਜੇ ਲਵਾ ਸਕਦੇ ਤਾਂ ਕਿੰਨੇ ਦਿਨ ਅਸੀਂ ਭੇਜ ਰੱਖੀਏ, ਉਸ ਤੋਂ ਬਾਅਦ ਲਵਾਈ? ਜੀ 1 ਮਿੰਟ ਲਈ ਤੁਸੀਂ ਹੋਲਡ ਕਰਿਓ। ਡਾਕਟਰ ਬਜਾਜ ਕੁਝ ਪੁੱਛਣਾ ਚਾਹੁੰਦੇ ਹੋ? ਠੀਕ ਹੈਗੇ ਨੇ ਮਦਰ, ਘਰ ਹੀ ਹੈਗੇ ਨੇ। ਤੁਹਾਡੇ ਮਮ ਠੀਕ ਨੇ ਤੇ ਘਰੇ ਹੀ ਨੇ ਜੀ? ਹਾਂ ਠੀਕ ਹੈ, ਲਿਟਰ ਬਟ ਡਾਇਬਟੀਜ਼ ਤਾਂ ਉਹਨਾਂ ਨੂੰ ਲਿਟਰ ਉਹਨਾਂ ਦੀ 130 ਡਾਇਬਟੀਜ਼ ਹੈ, ਬਲੱਡ ਪ੍ਰੈਸ਼ਰ 100 ਉੱਤਰ 140 ਹੈ, ਨੀਚੇ ਵਾਲਾ 85। ਲੇਕਿਨ ਕੋਰੋਨਾ ਵਾਇਰਸ ਜ਼ਿਆਦਾ ਤਾਂ ਨਹੀਂ ਨੁਕਸਾਨ ਕੀਤਾ, ਹਸਪਤਾਲ ਨਹੀਂ ਜਾਣਾ। ਜੀ ਕੋਰੋਨਾ ਵਾਇਰਸ ਦਾ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ, ਕੋਈ ਹਸਪੀਟਲ ਤੱਕ ਪਹੁੰਚਣ ਦੀ ਨੌਬਤ ਤਾਂ ਨਹੀਂ ਆਈ? ਨਹੀਂ, ਪਰ ਹਸਪੀਟਲ ਚੈੱਕ ਕਰਾ ਕੇ ਆਏ ਸੀ, ਕੋਈ ਉਹ ਵਿਜ਼ਟਰ ਆਏ ਹੋਏ ਸੀ, ਉਹ ਨਾਰਮਲ ਚੈੱਕ ਨਹੀਂ ਕਰ ਰਹੇ ਸੀ, ਪਰ ਉਹਨਾਂ ਦੇ 5 ਘੰਟੇ ਬਾਅਦ ਉਹਨਾਂ ਨੂੰ ਡਿਸਚਾਰਜ ਕਰਤਾ ਸੀ ਕਰੋਨਾ ਟੈਸਟ ਲਈ। ਉਹਨਾਂ ਦਾ ਸਟੇਟਸ ਸਰ ਵਿਜ਼ਟਰ ਹੈ ਮੇਰੇ ਖਿਆਲ ਦੇ ਵਿੱਚ। ਹਾਂਜੀ, ਉਹ ਵਿਜ਼ਟਰ ਵੀਜ਼ਾ ਤੇ ਨੇ ਨਾ ਤੁਹਾਡੇ ਮਦਰ? ਹਾਂਜੀ ਜੀ। ਸਰ ਆਪਾਂ ਰਿਪਲਾਈ ਟੀਵੀ ਸਕਰੀਨ ਤੇ ਕਰੀਏ ਇਹਨਾਂ ਨੂੰ? ਹਾਂਜੀ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਉਮੀਦ ਕਰਦੇ ਹਾਂ ਤੁਸੀਂ ਤੇ ਤੁਹਾਡੇ ਮਦਰ ਛੇਤੀ ਠੀਕ ਹੋ ਜਾਵੋ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਜੀ ਸਰ, ਆਪਾਂ ਇੱਕ ਕਰਕੇ ਪਹਿਲਾਂ ਰਿਪਲਾਈ ਕਰਦੇ ਹਾਂ। ਜਿਹੜੇ ਕਾਲਰ ਦੀ ਅਸੀਂ ਕਾਲ ਡਿਸਕਨੈਕਟ ਕੀਤੀ ਸੀ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਜੀ। ਉਸ ਟਾਈਮ ਟੀਵੀ ਦੀ ਆਵਾਜ਼ ਨੂੰ ਥੋੜਾ ਜਿਹਾ ਜ਼ਰੂਰ ਘੱਟ ਕਰ ਦਿਓ। ਕੈਲਗਰੀ ਤੋਂ ਪਹਿਲਾਂ ਕਾਲ ਆਈ ਸੀ, ਜਿਨ੍ਹਾਂ ਨੇ ਕਿਹਾ ਸੀ ਉਹਨਾਂ ਦੀ ਵਾਈਫ ਨੂੰ ਆਟੋ ਇਮਿਊਨ ਡਿਸੀਜ਼ ਹੈਗਾ ਆ ਤੇ ਕੀ ਉਹ ਕੋਵਿਡ ਦਾ ਇੰਜੈਕਸ਼ਨ ਲੈ ਸਕਦੇ ਨੇ। 4 ਦਸੰਬਰ ਨੂੰ ਉਹਨਾਂ ਨੂੰ ਕੋਵਿਡ ਹੋਇਆ ਸੀ ਜੀ। ਸੋ ਪਹਿਲਾਂ ਆਪਾਂ ਆਟੋ ਇਮਿਊਨ ਡਿਜ਼ੀਜ਼ ਦੀ ਗੱਲ ਕਰ ਲਈਏ। ਅਲੱਗ-ਅਲੱਗ ਬਿਮਾਰੀਆਂ ਜਿਹੜੀਆਂ ਆਪਣੀ ਇਮਿਊਨ ਸਿਸਟਮ ਤੋਂ ਆਉਂਦੀਆਂ ਹੈਗੀਆਂ ਨੇ, ਉਹਦੀ ਆਪਾਂ ਜੇ ਗੱਲ ਕਰੀਏ ਤਾਂ ਐਵੇਂ ਕੋਈ ਖਤਰਾ ਨਹੀਂ ਹੈਗਾ। ਵੈਕਸੀਨ ਦੇ ਨਾਲ ਕੋਈ ਖਤਰਾ ਨਹੀਂ ਹੈਗਾ। ਕੁਝ ਵੈਕਸੀਨ ਜਿਹੜੀਆਂ ਹੈਗੀਆਂ ਨੇ, ਅਲੱਗ ਵੈਕਸੀਨ, ਕੋਵਿਡ ਦੀਆਂ ਵੈਕਸੀਨ ਨਹੀਂ, ਕੁਝ ਅਲੱਗ ਵੈਕਸੀਨ ਜਿਹੜੀਆਂ ਹੁੰਦੀਆਂ ਨੇ
ਉਹ ਲਾਈਵ ਵੈਕਸੀਨ ਹੁੰਦੀਆਂ ਨੇ, ਮਤਲਬ ਉਹਦਾ 'ਚ ਵੈਕਸੀਨ ਜਿਹੜਾ ਹੁੰਦਾ, ਵਾਇਰਸ ਜਿਹੜਾ ਹੁੰਦਾ ਉਹ ਲਾਈਵ ਹੁੰਦਾ ਹੈਗਾ, ਪਰ ਉਹ ਆਫ ਕੋਰਸ ਉਹਨਾਂ ਨੂੰ ਘਟਾਇਆ ਗਿਆ ਹੁੰਦਾ ਵੀ ਉਹਦੀ ਉਹ ਇਨਫੈਕਸ਼ਨ ਨਾ ਕਰੇ। ਇਹ ਜਿਹੜੀ ਵੈਕਸੀਨ ਹੈਗੀ ਹੈ, ਕੋਵਿਡ ਦੀ ਵੈਕਸੀਨ ਜਿਹੜੀ ਹੈਗੀ ਹੈ, ਉਹ ਲਾਈਵ ਵੈਕਸੀਨ ਨਹੀਂ ਹੈਗੀ ਹੈ। ਐਸੇ ਜਿਹੜੇ ਆਟੋਇਮਿਊਨ ਡਿਜ਼ੀਜ਼ ਹੈਗੀ ਆ ਉਹਨਾਂ ਨੂੰ ਕੋਈ ਵੈਕਸੀਨ ਲੱਗ ਸਕਦੀ ਹੈਗੀ ਆ, ਕੋਈ ਪ੍ਰੋਬਲਮ ਨਹੀਂ ਹੈਗੀ ਆ। ਇਹ ਹੈਗਾ ਕਿ ਜੇ ਕੋਈ ਆਟੋਇਮਿਊਨ ਡਿਜ਼ੀਜ਼ ਕਰਕੇ ਸਟੀਰੋਇਡ ਲੈਂਦਾ ਹੋਵੇ ਜਾਂ ਬਿਮਾਰੀ ਕਰਕੇ ਜੋ ਦਵਾਈਆਂ ਲੈਂਦਾ ਹੋਵੇ ਜਿਹਦੇ ਨਾਲ ਇਮਿਊਨ ਸਿਸਟਮ ਹੋਰ ਘਟਦਾ ਹੈਗਾ, ਤਾਂ ਉਹਨਾਂ ਦਾ ਐਵੇਂ ਹੋ ਸਕਦਾ ਹੈ ਕਿ ਵੈਕਸੀਨ ਦਾ ਅਸਰ ਘੱਟ ਹੋਵੇ ਥੋੜਾ ਜਿਹਾ, ਵੀ ਕੋਈ ਨੁਕਸਾਨ ਨਹੀਂ ਹੋਏਗਾ ਪਰ ਪੂਰੀ ਪ੍ਰੋਟੈਕਸ਼ਨ ਹੋ ਸਕਦਾ ਨਾ ਮਿਲੇ, ਇਹ ਹੋ ਸਕਦਾ ਹੈਗਾ। ਤੇ ਜੇ ਦੂਸਰੀ ਗੱਲ ਕਰ ਲਈਏ ਕਿ ਉਹਨਾਂ ਨੂੰ ਵਾਇਰਸ ਹੋਇਆ ਸੀਗਾ, ਇਨਫੈਕਸ਼ਨ ਹੋਇਆ ਸੀਗਾ ਦਸੰਬਰ ਦੀ, ਤੇ ਫਿਰ ਹੁਣ 3-4 ਮਹੀਨੇ ਹੋ ਗਏ ਹੈਗੇ ਨੇ, ਤੇ ਦੁਬਾਰਾ ਉਸ ਤੋਂ ਬਾਅਦ ਹੁਣ 3-4 ਮਹੀਨਿਆਂ ਬਾਅਦ ਵੈਕਸੀਨ ਲਗਾ ਲੈਣੀ ਚਾਹੀਦੀ ਹੈਗੀ ਆ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਆ। ਕੈਨੇਡਾ ਦੀ ਜਿਹੜੀ ਹਾਲੇ ਤੱਕ ਰਿਕਮੈਂਡੇਸ਼ਨ ਹੈਗੀ ਆ ਉਹੀ ਹੈਗੀ ਹੈ ਕਿ ਵੀ ਇਨਫੈਕਸ਼ਨ ਤੋਂ ਬਾਅਦ ਵੀ ਤੁਸੀਂ 2 ਵੈਕਸੀਨ ਦੇ ਸ਼ਾਟ ਲਗਾ ਸਕਦੇ ਹੈਗੇ ਹੋ। ਲਈ 2 ਮਹੀਨੇ 1-2 ਮਹੀਨੇ ਵੇਟ ਕਰਕੇ ਕਿਹਾ ਜਾ ਰਿਹਾ ਹੈ ਜੀ। ਨੈਕਸਟ ਕਾਲਰ ਸਰ ਆਪਣੇ ਨਾਲ ਜੁੜ ਗਏ ਨੇ, ਆਪਾਂ ਕਾਲਸ ਵੀ ਨਾਲ ਦੀ ਨਾਲ ਲੈ ਲਈਏ, ਨਾਲ ਦੀ ਨਾਲ ਆਪਾਂ ਰਿਪਲਾਈ ਵੀ ਕਰੀ ਜਾਵਾਂਗੇ। ਸੋ ਮੈਂ ਆਪਣੀ ਸਰਵਰ ਟੀਮ ਨੂੰ ਕਹਾਂਗੀ ਇੱਕ ਕਰਕੇ ਸਾਨੂੰ ਕਾਲਸ ਜਿਹੜੀਆਂ ਫਾਰਵਰਡ ਕੀਤੀਆਂ ਜਾਣ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ, ਮੈਂ ਬੋਲ ਰਿਹਾ ਯਸ਼ਪਾਲ ਮਦੋਕ, ਮੇਰੀ ਉਮਰ 77 ਸਾਲ ਹੈ। 25 ਮਾਰਚ ਨੂੰ ਮੈਂ ਮੋਡਰਨਾ ਦਾ ਵੈਕਸੀਨ ਦਾ ਇੰਜੈਕਸ਼ਨ ਲਵਾਇਆ ਸੀਗਾ। ਮੈਂ ਤਕਰੀਬਨ 2 ਹਫ਼ਤੇ ਬਿਲਕੁਲ ਠੀਕ ਰਿਹਾ। ਆਫਟਰ 2 ਵੀਕਸ ਮੈਂ ਬਿਲਕੁਲ ਬਹੁਤ ਵੀਕਨੈਸ ਮਹਿਸੂਸ ਕੀਤੀ, ਮੈਂ ਆਪਣੇ ਬੈੱਡ ਤੋਂ ਉੱਠ ਨਹੀਂ ਸਕਿਆ। ਮੇਰੀ ਮਿਸਿਸ ਨੇ ਕਿਹਾ ਕਿ ਤੁਹਾਨੂੰ ਟੈਂਪਰੇਚਰ ਦੇਖਿਆ, ਟੈਂਪਰੇਚਰ ਹੈ। ਮੈਂ ਉਸ ਤੋਂ ਬਾਅਦ ਟੈਂਪਰੇਚਰ ਤੋਂ ਬਾਅਦ ਉਹਦੀ ਗੋਲੀਆਂ ਖਾਧੀਆਂ, 2 ਟੇਬਲੇਟਸ ਲਈਆਂ, ਬੀ ਕੰਪਲੈਕਸ ਫੋਰ ਲਈ। ਸਾਰਾ ਦਿਨ ਮੇਰੀ ਤਬੀਅਤ ਖਰਾਬ ਰਹੀ। ਮੈਂ ਪੁੱਛਣਾ ਚਾਹੁੰਦਾ ਕਿ ਇਹ 2 ਹਫ਼ਤੇ ਤੋਂ ਬਾਅਦ ਜਿਹੜੀ ਐਂਟੀਬਾਇਓਟਿਕ ਵੈਕਸੀਨ ਦੀ ਐਂਟੀਬਾਡੀਜ਼ ਬਣਦੀਆਂ, ਇਹ ਉਹਦਾ ਇਫੈਕਟ, ਉਹਦੇ ਰਿਐਕਸ਼ਨ ਐਂਟੀਬਾਡੀਜ਼ ਬਣਦਾ ਕਿ ਉਹ ਵੈਸੇ ਹੀ ਹੋਣਾ ਇਦਾਂ? ਜੀ ਤੇ ਹੁਣ ਠੀਕ ਹੈਗੇ ਨਾ? ਤੁਸੀਂ ਹੁਣ ਠੀਕ ਹੋ ਜੀ? 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 ਹੁਣ ਠੀਕ ਹੋ ਜੀ ਤੁਸੀਂ? ਹੁਣ ਤੁਹਾਡੀ ਠੀਕ ਹੈ ਟੈਂਪਰੇਚਰ? ਹੁਣ ਬਿਲਕੁਲ ਠੀਕ ਆ। ਇੱਕ ਦਿਨ ਰਿਹਾ ਬਹੁਤ ਤਬੀਅਤ ਖਰਾਬ ਰਹੀ। ਇੱਕ ਦਿਨ ਤੋਂ ਬਾਅਦ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਕਿ 2 ਹਫ਼ਤੇ ਬਾਅਦ ਤਕਲੀਫ ਹੋਈ ਹੈ ਕਿ ਐਂਟੀਬਾਡੀ ਦੇ ਬਣਨ ਨਾਲ, ਐਂਟੀਬਾਡੀ ਦੇ ਰਿਐਕਸ਼ਨ ਨਾਲ ਹੋਈ ਜਾਣਾ? ਬਿਲਕੁਲ ਜੀ, 1 ਮਿੰਟ ਲਈ ਹੋਲਡ ਕਰਿਓ ਤੁਸੀਂ ਜੀ, 1 ਮਿੰਟ ਲਈ ਹੋਲਡ ਕਰਿਓ ਜੀ। ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਨੈਕਸਟ ਕਾਲਰ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਅਸੀਂ ਬ੍ਰੈਂਪਟਨ ਤੋਂ ਬੋਲਦੇ ਹਾਂ। ਤਾਂ ਮੈਂ ਪੁੱਛਣਾ ਸੀ ਕਿ ਮੇਰੇ ਹਸਬੈਂਡ ਨੂੰ ਜਿੱਦਾਂ ਐਲਰਜੀ ਆ ਪੈਨਸਲੀਨ ਤੋਂ, ਤੇ ਉਹ ਵੈਕਸੀਨ ਲੈ ਸਕਦੇ ਆ? ਕਿਸ ਚੀਜ਼ ਤੋਂ ਐਲਰਜੀ ਹੈ ਜੀ? ਕਿਹੜੀ ਵੈਕਸੀਨ ਤੋਂ? ਪੈਨਸਲੀਨ ਤੋਂ। ਪੈਨਸਲੀਨ ਤੋਂ? ਓਕੇ, ਹਾਂਜੀ, ਉਹ ਵੈਕਸੀਨ ਲੈ ਸਕਦੇ ਆ ਕਰੋਨਾ ਦੀ? ਜੀ, ਸ਼ਾਰਟ ਆਨਸਰ ਇਹੀ ਹੈ ਕਿ ਲੈ ਸਕਦੇ ਆ, ਪਰ ਅਸੀਂ ਗੱਲ ਇੰਡੀਆ ਤੋਂ ਵੈਕਸੀਨ ਲੈ ਲਈ ਆਲਰੇਡੀ, ਕਿ ਉਹ ਇੱਥੇ ਵਰਕ ਕਰੂਗੀ, ਹੁਣ ਇੱਥੇ ਉਹਨੂੰ ਲੈਣ ਦੀ ਲੋੜ ਨਹੀਂ ਕੈਨੇਡਾ? ਤੁਸੀਂ ਦੁਬਾਰਾ ਆਪਣਾ ਕੁਐਸਚਨ ਰਿਪੀਟ ਕਰਿਓ। ਹਸਬੈਂਡ ਤੋਂ ਬਾਅਦ ਤੁਸੀਂ ਕੀ ਪੁੱਛਿਆ ਸੀ ਕਿ ਉਹ ਲੈ ਸਕਦੇ ਆ ਕਿ ਨਹੀਂ? ਇਸ ਤੋਂ ਨੈਕਸਟ ਕੁਐਸਚਨ ਕੀ ਸੀ ਤੁਹਾਡਾ? ਡੈਡੀ ਨੇ ਮੇਰੇ ਨੇ ਇੰਡੀਆ ਤੋਂ ਵੈਕਸੀਨ ਲੈ ਲਈ ਆ, ਰਾਈਟ, ਪਰ ਉਹ ਕੈਨੇਡਾ ਵਿੱਚ ਉਹਨਾਂ ਨੂੰ ਲੈਣ ਦੀ ਲੋੜ ਨਹੀਂ ਵੈਕਸੀਨ? ਹੁਣ ਕਿਹੜੀ ਵੈਕਸੀਨ ਲਈ ਹੈ ਤੇ ਕਿੰਨੇ ਟੀਕੇ ਲਗਾਏ? ਕਿੰਨੇ ਸ਼ਾਟਸ ਲਏ ਆ ਵੈਕਸੀਨ ਦੇ ਤੇ ਕਿਹੜੀ ਲਈ ਹੈ? ਇੱਕ ਹੀ ਲਈ ਆ ਉਹਨਾਂ ਨੇ, ਜੌਨਸਨ ਦੀ ਲਈ ਆ। ਜੌਨਸਨ ਦੀ ਤਾਂ ਹੈ ਨਹੀਂ ਇੰਡੀਆ ਵਿੱਚ, ਸਿਰਫ ਕੋਵੈਕਸਿਨ ਹੈਗੀ ਹੈ ਜਾਂ ਕੋਵਿਸ਼ੀਲਡ ਹੈਗੀ, ਦੋ ਹੀ ਹੈਗੀਆਂ। ਮੈਮ ਡਾਕਟਰ ਬਜਾਜ ਕਰ ਨੇ ਇੰਡੀਆ ਵਿੱਚ ਜੌਨਸਨ ਦੀ ਵੈਕਸੀਨ ਨਹੀਂ ਹੈਗੀ, ਕੋਈ ਹੋਰ ਉਹਨਾਂ ਨੇ ਵੈਕਸੀਨ ਲਈ ਹੋਣੀ ਆ। ਪਤਾ ਨਹੀਂ, ਫਿਰ ਮੈਨੂੰ ਉਹਨਾਂ ਨੇ ਇਹ ਦੱਸਿਆ ਵਾ, ਤੇ ਉਹ ਫਿਰ ਇੱਥੇ ਆ ਕੇ ਵੀ ਲੈਣਗੇ ਕਿ ਲੋੜ ਨਹੀਂ ਪੈਣੀ? ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਓਕੇ ਜੀ। ਜੀ ਸਰ, ਤੇ ਆਪਾਂ ਨੈਕਸਟ ਕਾਲਰ ਦੀ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਦੀਪ ਬੋਲ ਰਿਹਾ ਜੀ ਬ੍ਰੈਂਪਟਨ ਤੋਂ। ਮੇਰਾ ਕੁਐਸਚਨ ਰਿਗਾਰਡਿੰਗ ਮੇਰੀ ਵਾਈਫ ਨੂੰ ਨਾ ਐਸਥਮਾ ਦੀ ਪ੍ਰੋਬਲਮ ਹੈ, ਤੇ ਮੈਂ ਡਾਕਟਰ ਸਾਹਿਬ ਤੋਂ ਇਹ ਪੁੱਛਣਾ ਚਾਹੁੰਦਾ ਕਿ ਹੁਣ ਤੱਕ ਜਿਹੜੀਆਂ ਗਾਈਡਲਾਈਨਸ ਹੈ, ਐਸਥਮਾ ਇੱਕ ਇਨਕਲੂਡਡ ਨਹੀਂ ਹੈ ਸੀਰੀਅਸ ਜਿਹੜੀਆਂ ਬਿਮਾਰੀਆਂ ਨੇ ਉਹਦੇ ਵਿੱਚ ਪ੍ਰਾਇੋਰਟੀ ਦੇ ਲਈ, ਹੈ ਨਾ, ਕਿ ਉਹਨਾਂ ਦੀ ਕੋਈ ਨੌਲੇਜ ਦੇ ਵਿੱਚ ਇਸ ਚੀਜ਼ ਦੇ ਬਾਰੇ ਕੁਝ ਹੈ? ਤੇ ਸੈਕੰਡਲੀ ਵੀ ਕਿਹੜੀ ਮੈਡੀਸਨ ਮੋਡਰਨਾ ਔਰ ਫਾਈਜ਼ਰ ਦੇ ਵਿੱਚੋਂ ਜ਼ਿਆਦਾ ਸੂਟੇਬਲ ਹੈ ਐਸਥਮਾ ਦੇ ਕੇਸ ਦੇ ਵਿੱਚ? ਕੋਈ ਰਿਐਕਸ਼ਨ ਦਾ ਕੋਈ ਇਸ਼ੂ ਤਾਂ ਨਹੀਂ ਹੈ? ਤੁਹਾਡੀ ਵਾਈਫ ਦੀ ਏਜ ਕਿੰਨੀ ਹੈ ਜੀ? 45 ਹੈ ਜੀ। 45 ਜੀ ਜੀ ਸਰ, ਤੁਸੀਂ ਆਪਾਂ ਕੁਝ ਹੋਰ ਪੁੱਛਣਾ ਜਾਂ ਆਨਸਰ ਦਈਏ? ਨਹੀਂ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਸਰ। ਇੱਕ ਲਾਸਟ ਕਾਲ ਲੈ ਰਹੇ ਹਾਂ, ਫਿਰ ਅਸੀਂ ਦਰਸ਼ਕਾਂ ਨੂੰ ਕਹਿ ਦਈਏ, ਇਸ ਤੋਂ ਬਾਅਦ ਅਸੀਂ ਕੁਝ ਸਮੇਂ ਲਈ ਕਾਲਸ ਹੋਲਡ ਕਰਾਂਗੇ, ਫਿਰ ਬਾਕੀ ਦੀਆਂ ਕਾਲਸ ਉਦੋਂ ਲਵਾਂਗੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਬ੍ਰੈਂਪਟਨ ਤੋਂ ਬੋਲਦੀ ਹਾਂ ਜੀ। ਤੇ ਮੇਰਾ ਨਾ ਮੇਰੇ ਘਰ ਵਿੱਚੋਂ 2 ਜਣੇ ਪੋਜ਼ਿਟਿਵ ਨੇ, ਮੇਰੀ ਬੇਟੀ ਤੇ ਮੇਰਾ ਜਵਾਈ, ਤੇ ਮੈਂ ਠੀਕ ਆ, ਮੇਰਾ ਨੈਗੇਟਿਵ ਆਇਆ।
ਤੇ ਮੈਂ ਨੀਚੇ ਰਹਿੰਦੀ ਹਾਂ ਤੇ ਉਹ ਹੁਣ ਉੱਪਰ ਦੋਨਾਂ ਨੇ ਅਲੱਗ-ਅਲੱਗ ਕਮਰਿਆਂ ਵਿੱਚ ਨੇ ਉਹ। ਤੇ ਮੈਨੂੰ ਬੁਖਾਰ ਤੇ ਖਾਂਸੀ ਤੇ ਕਈ ਵਾਰੀ ਛਿੱਕਾਂ ਵੀ ਆਉਂਦੀਆਂ ਨੇ ਤੇ ਬੁਖਾਰ ਰਾਤੀ ਵੀ ਬਹੁਤ ਜ਼ਿਆਦਾ ਸੀਗਾ। ਤੇ ਇਹ ਕਿਉਂ? ਮਤਲਬ ਮੈਨੂੰ ਦੁਬਾਰਾ ਤਾਂ ਨਹੀਂ ਕਰਾਉਣੀ ਚਾਹੀਦੀ? ਮਤਲਬ ਟੈਸਟ ਕਦੋਂ ਕਰਾਇਆ ਸੀਗਾ ਜੀ? ਤੁਸੀਂ ਕਦੋਂ ਟੈਸਟ ਕਰਵਾਇਆ ਸੀ ਆਪਣਾ ਜੀ? ਮੈਂ ਜੀ ਬੇਟੀ ਨੇ ਤੇ ਮੈਂ ਇਕੱਠਾ ਹੀ 10 ਤਰੀਕ ਕਰਾਇਆ। 10 ਤਰੀਕ ਮੇਰਾ ਨੈਗੇਟਿਵ ਹੋਇਆ, ਉਹਦਾ ਪੋਜ਼ਿਟਿਵ ਆਇਆ। ਓਕੇ ਜੀ। ਤੇ ਆਪਾਂ ਸਰ ਟੀਵੀ ਸਕਰੀਨ ਤੇ ਆਨਸਰ ਦਈਏ? ਹਾਂਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਦਰਸ਼ਕਾਂ ਨੂੰ ਕਵਾਂਗੇ ਅਸੀਂ ਕੁਝ ਸਮੇਂ ਲਈ ਕਾਲਸ ਹੋਲਡ ਕਰ ਰਹੇ ਹਾਂ। ਜਿਵੇਂ ਹੀ ਅਸੀਂ ਦੁਬਾਰਾ ਲਾਈਨਸ ਓਪਨ ਕਰਾਂਗੇ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੀ। ਸਰੀ ਤੋਂ ਸਰ ਕਾਲ ਆਈ ਸੀ, ਉਹਨਾਂ ਦਾ ਕਹਿਣਾ ਸੀਗਾ ਕਿ ਉਹਨਾਂ ਦੇ ਬੇਟਾ ਜਿਹੜਾ ਆ ਕੈਨੇਡਾ ਦੇ ਵਿੱਚ ਬੋਰਨ ਐਂਡ ਬ੍ਰੌਟ ਅਪ ਸੀ ਤੇ ਆਇਰਲੈਂਡ ਦੇ ਵਿੱਚ ਇਸ ਵਕਤ ਗਿਆ ਹੋਇਆ। ਫਰਸਟ ਡੋਜ਼ ਉਹਨਾਂ ਨੂੰ ਮਿਲ ਗਈ ਆ, ਸੈਕਿੰਡ ਡੋਜ਼ ਉਹਨਾਂ ਨੂੰ ਲੈਣੀ ਚਾਹੀਦੀ ਹੈ ਤੇ ਜੇ ਲੈਣੀ ਚਾਹੀਦੀ ਹੈ ਉਹ ਪੁੱਛਣਾ ਚਾਹੁੰਦੇ ਨੇ ਕਿ ਉਹਨਾਂ ਦੀ ਜੇਕਰ ਐਸਟਰਾਜ਼ੈਨੇਕਾ ਦੀ ਫਰਸਟ ਡੋਜ਼ ਲੱਗੀ ਸੀ, ਜੇ ਬੰਦ ਹੋ ਜਾਂਦੀ ਹੈ ਤਾਂ ਦੂਸਰੀ ਡੋਜ਼ ਕਿਹੜੀ ਮਿਲੇਗੀ? ਜੀ, ਸੋ ਆਇਰਲੈਂਡ ਨੇ ਵੀ ਹੁਣ ਕੈਨੇਡਾ ਦੇ ਵਰਗਾ ਹੀ ਐਸਟਰਾਜ਼ੈਨੇਕਾ ਦੀ ਡੋਜ਼ ਜਿਹੜੀ ਹੈਗੀ ਆ, ਵੈਸੇ ਕਿਹਾ ਹੈਗਾ ਕਿ ਮਤਲਬ 50 ਸਾਲ ਤੋਂ ਘੱਟ ਵਾਲਿਆਂ ਨੂੰ ਨਹੀਂ ਦੇ ਰਹੇ ਹੈਗੇ ਉਹ। ਸੋ ਇੱਕ ਜੇ ਵੈਕਸੀਨ ਦੀ ਡੋਜ਼ ਲੱਗ ਚੁੱਕੀ ਹੈਗੀ ਹੈ ਤੇ ਮੋਸਟ ਲਾਈਕਲੀ ਉਹ ਦੂਸਰੀ ਡੋਜ਼ ਆਇਰਲੈਂਡ ਦੇ ਮੈਨੂੰ ਰੂਲਸ ਨਹੀਂ ਪਤਾ, ਪਰ ਹੁਣੇ ਹੀ ਕੱਲ ਹੀ ਖਬਰ ਆਈ ਸੀ ਕਿ 50 ਸਾਲ ਤੋਂ ਘੱਟ ਨਹੀਂ ਦੇਣਗੇ। ਇਹ ਗੱਲ ਹੈਗੀ ਹੈ ਇੱਕ ਤਾਂ। ਦੂਸਰੀ ਗੱਲ ਇਹ ਹੈਗੀ ਹੈ ਕਿ ਪਹਿਲਾਂ ਜੇ ਐਸਟਰਾਜ਼ੈਨੇਕਾ ਦੀ ਵੈਕਸੀਨ ਨਾਲ ਕੋਈ ਪ੍ਰੋਬਲਮ ਨਹੀਂ ਆਈ ਸੀ ਐਂਡ ਅਸੀਂ ਉਹਨਾਂ ਪ੍ਰੋਬਲਮ ਜਿਹੜੀ ਆਂਦੀ ਹੈਗੀ ਆ ਉਹ ਕਿੰਨੀ ਆਂਦੀ ਹੈਗੀ ਹੈ, ਕਿੰਨੇ ਲੋਕਾਂ ਨੂੰ ਆ ਰਹੀ ਹੈ, ਉਹਦੀ ਗੱਲ ਕਰਦੇ ਹੈਗੇ ਆ। ਪਰ ਜੇ ਪਹਿਲੀ ਵੈਕਸੀਨ ਦੇ ਨਾਲ ਨਹੀਂ ਆਈ ਸੀ ਤਾਂ ਫਿਰ ਦੂਸਰੀ ਵੈਕਸੀਨ ਦੇ ਨਾਲ ਵੀ ਮੋਸਟ ਲਾਈਕਲੀ ਪ੍ਰੋਬਲਮ ਨਹੀਂ ਆਏਗੀ, ਇਹ ਵੀ ਗੱਲ ਹੈਗੀ ਆ। ਪਰ ਤੀਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਸੀਗੀ ਕਿ ਵੀ ਉਹਨਾਂ ਦੇ ਬੇਟੇ ਨੂੰ ਦਸੰਬਰ ਵਿੱਚ ਕਰੋਨਾ ਵਾਇਰਸ ਵੀ ਹੋ ਗਿਆ ਸੀਗਾ, ਇਨਫੈਕਸ਼ਨ ਹੋ ਗਿਆ ਸੀਗਾ। ਸੋ ਜੇ ਇਨਫੈਕਸ਼ਨ ਹੋ ਗਿਆ ਸੀਗਾ ਉਸ ਤੋਂ ਬਾਅਦ ਫਰਵਰੀ ਵਿੱਚ ਉਹਨਾਂ ਨੂੰ ਪਹਿਲੀ ਵੈਕਸੀਨ ਲੱਗ ਚੁੱਕੀ ਹੈਗੀ ਆ। ਤੇ ਜੇ ਅਸੀਂ ਕੁਝ ਗਾਈਡਲਾਈਨਸ ਦੇਖੀਏ ਯੂਐਸ ਦੀਆਂ, ਜਿਹੜੀਆਂ CDC ਦੀਆਂ ਗਾਈਡਲਾਈਨਸ ਹੈਗੀਆਂ, ਉਹ ਇਹ ਕਹਿ ਰਹੀਆਂ ਨੇ ਕਿ ਜੇ ਇਨਫੈਕਸ਼ਨ ਹੋ ਗਿਆ ਹੈਗਾ ਤੇ ਮੇਬੀ ਇੱਕੋ ਵੈਕਸੀਨ ਨਾਲ ਵੀ ਆਪਾਂ ਦੇਖ ਸਕਦੇ ਹੈਗੇ ਆ, ਰਾਦਰ ਦੈਨ ਗਿਵਿੰਗ 2 ਵੈਕਸੀਨ, 2 ਸ਼ਾਟ ਲਗਾਉਣ ਦੀ ਜਗ੍ਹਾ ਇੱਕੋ ਹੀ ਵੈਕਸੀਨ ਸ਼ਾਟ ਨਾਲ ਵੀ CDC ਦੀ US ਦੀ ਰეკਮੈਂਡੇਸ਼ਨ ਹੈਗੀ ਹੈ। ਉਹਨਾਂ ਨੂੰ ਦੇਖਣਾ ਪਏਗਾ ਕਿ ਆਇਰਲੈਂਡ ਦੀ ਇਹ ਰეკਮੈਂਡੇਸ਼ਨ ਹੁਣ ਕੀ ਹੈਗੀ ਆ। ਆਇਰਲੈਂਡ ਦੀ ਗਵਰਨਮੈਂਟ ਨੇ ਕੀ ਕਿਹਾ ਹੈਗਾ, ਪਬਲਿਕ ਹੈਲਥ ਨੇ, ਉਹਦੇ ਮੁਤਾਬਕ ਤੁਸੀਂ ਗੱਲ ਕਰ ਸਕਦੇ ਹੈਗੇ ਹੋ। ਉਹਨਾਂ ਨੇ ਪੁੱਛਿਆ ਸੀਗਾ ਕਿ ਫਾਈਜ਼ਰ ਦੀ ਵੈਕਸੀਨ ਲਗਾ ਸਕਦੇ ਹੈਗੇ ਕਿ ਨਹੀਂ। ਸਾਨੂੰ ਸਾਇੰਸ ਦੇ ਮੁਕਾਬਲੇ ਤਾਂ ਇਹ ਨਹੀਂ ਪਤਾ, ਪਰ ਅਗੇਨ ਕਿ ਪਹਿਲੀ ਐਸਟਰਾਜ਼ੈਨੇਕਾ ਦੀ ਲੱਗੀ, ਦੂਸਰੀ ਕੰਪਨੀ ਦੀ ਲਗਾ ਲਈਏ ਤਾਂ ਅਸਰ ਹੁੰਦਾ ਕਿ ਨਹੀਂ ਹੁੰਦਾ। ਪਰ ਐਵੇਂ ਕੋਈ ਗਲਤ ਗੱਲ ਨਹੀਂ ਹੋਏਗੀ, ਪਰ ਫਿਰ ਵੀ ਉਹਨਾਂ ਇਫੈਕਟ ਹੋਏਗਾ ਕਿ ਨਹੀਂ, ਇਹ ਵੀ ਗੱਲ ਹੈਗੀ ਆ। ਸੋ ਆਨਸਰ ਸ਼ਾਰਟ ਵਿੱਚ ਇਹ ਹੈਗਾ ਕਿ ਤੁਸੀਂ ਆਪਣੇ ਬੇਟੇ ਨੂੰ ਕਹੋ ਕਿ ਆਇਰਲੈਂਡ ਦੀ ਜਿਹੜੀ ਪਬਲਿਕ ਹੈਲਥ ਏਜੰਸੀ ਹੈਗੀਆਂ ਉਹਨਾਂ ਨਾਲ ਗੱਲ ਕਰਨ। ਐਂਡ ਆਮ ਸ਼ੋਰ ਜਿਹੜੇ ਕਾਲਜ ਦੇ ਮੁੰਡੇ ਕੁੜੀਆਂ ਹੈਗੇ ਨੇ ਉਹ ਸਾਰਿਆਂ ਨੂੰ ਹੀ ਵੈਕਸੀਨ ਲੱਗੀ ਹੋਏਗੀ। ਹੁਣ ਦੂਸਰੀ ਵੈਕਸੀਨ ਜਦੋਂ ਲਗਾਉਣ ਲੱਗਿਆ ਹੈਗਾ ਤਾਂ ਸਾਰਿਆਂ ਨੂੰ ਇੱਕੋ ਜੀ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਰਹੀ ਹੋਏਗੀ। ਜੀ ਬਿਲਕੁਲ। ਇਸ ਤੋਂ ਇਟੋਬੀਕੋ ਤੋਂ ਸਰ ਦੀ ਕਾਲ ਆਈ ਸੀ, ਉਹਨਾਂ ਨੂੰ ਤੇ ਉਹਨਾਂ ਦੀ ਮਦਰ ਨੂੰ ਦੋਵਾਂ ਨੂੰ ਕੋਵਿਡ ਹੋਇਆ। ਉਹਨਾਂ ਦੀ ਮਦਰ ਦੀ ਉਮਰ ਹੈਗੀ 74 ਦੇ ਅਰਾਊਂਡ ਤੇ ਉਹ ਖੁਦ ਨੇ 38 ਦੇ ਅਰਾਊਂਡ। ਪਹਿਲਾਂ ਉਹਨਾਂ ਦਾ ਕੰਸਰਨ ਹੈਗਾ ਆਪਣੀ ਮਦਰ ਨੂੰ ਲੈ ਕੇ ਕਿ 28 ਤਰੀਕ ਨੂੰ ਉਹਨਾਂ ਦਾ ਆਈਸੋਲੇਸ਼ਨ ਪੀਰੀਅਡ ਜਿਹੜਾ ਆ ਉਹ ਪੂਰਾ ਹੋਣਾ ਆ ਤੇ ਉਹ ਪੁੱਛਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਵੈਕਸੀਨ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਨੇ ਕਿ ਕਦੋਂ ਮਿਲ ਸਕਦੀ ਹੈ, ਕਦੋਂ ਤੱਕ ਉਹਨਾਂ ਨੂੰ ਵੈਕਸੀਨ ਦਿੱਤੀ ਜਾਵੇ। ਵਿਜ਼ਟਰ ਵੀਜ਼ਾ ਇਹਨਾਂ ਦਾ ਸਟੇਟਸ ਹੈਗਾ ਆ ਇਹਨਾਂ ਦੀ ਮਦਰ ਦਾ। ਜੀ, ਸੋ ਇੱਥੇ ਕੈਨੇਡਾ ਵਿੱਚ ਵਿਜ਼ਿਟਰ ਵੀਜ਼ਾ ਤੇ ਵੀ ਵੈਕਸੀਨ ਮਿਲ ਰਹੀਆਂ ਹੈਗੀਆਂ ਨੇ, ਸਿਰਫ OHIP ਕਾਰਡ ਨੂੰ ਵਾਲਿਆਂ ਨੂੰ ਨਹੀਂ ਮਿਲ ਰਹੀਆਂ ਹੈਗੀਆਂ ਨੇ। ਪਰ ਇਹ ਹੈਗਾ ਕਿ ਤੁਹਾਨੂੰ ਫੋਨ ਤੇ ਗੱਲ ਕਰਨੀ ਪਏਗੀ, ਤੁਸੀਂ ਕੰਪਿਊਟਰ ਤੇ ਹੋ ਸਕਦਾ ਹੈ ਕਿ ਅਪਾਇੰਟਮੈਂਟ ਨਾ ਬਣਾ ਸਕੋ ਉਹਨਾਂ ਦੀ, ਜਾਂ ਫਿਰ ਫਾਰਮੇਸੀਆਂ ਵਿੱਚ ਮਿਲ ਰਹੀਆਂ ਹੈਗੀਆਂ ਨੇ। ਸੋ ਇੰਡੀਆ ਦੀ ਜਿਹੜੀ ਵੈਕਸੀਨ ਹੈਗੀ ਹੈ, ਇੱਕ ਹੋਰ ਕਾਲਰ ਦੀ ਜਿਹੜੀ ਕਾਲ ਹੈਗੀ ਸੀ ਕਿ ਇੰਡੀਆ ਤੋਂ ਲਗਵਾ ਕੇ ਆਏ ਹੈਗੇ ਨੇ। ਇੰਡੀਆ ਦੀ ਜਿਹੜੀ ਜ਼ਿਆਦਾਤਰ ਵੈਕਸੀਨ ਜਿਹੜੀ ਲੱਗ ਰਹੀ ਹੈਗੀ ਆ ਉਹਨੂੰ ਕੋਵੀਸ਼ੀਲਡ ਕਹਿੰਦੇ ਹੈਗੇ ਨੇ, ਜੋ ਕਿ ਸੇਮ ਵੈਕਸੀਨ ਹੈਗੀ ਆ ਐਸਟਰਾਜ਼ੈਨੇਕਾ ਦੀ ਵੈਕਸੀਨ ਜਿਹੜੀ UK ਵਿੱਚ ਜਾਂ US ਵਿੱਚ ਬਣ ਕੇ ਕੈਨੇਡਾ ਵਿੱਚ ਆਈ ਹੈਗੀ ਆ। ਸੋ ਸੇਮ ਵੈਕਸੀਨ ਹੈਗੀ ਆ, ਹਨਾ। ਤੇ ਜੇ ਉਹਨਾਂ ਦੇ ਮਦਰ ਜਿਹੜੇ ਤੁਹਾਡੇ ਆਏ ਵਾਲੇ ਕਾਲਰ ਹੈਗੇ ਨੇ, ਜੇ ਉਹਨਾਂ ਨੇ ਇੱਕ ਵੈਕਸੀਨ ਲਗਾਣੀ ਹੈਗੀ ਹੈ ਤੇ ਫਿਰ ਦੂਸਰੀ ਮੇਬੀ ਇੰਡੀਆ ਜਾ ਕੇ ਲਗਾਣੀ ਹੈਗੀ ਹੈ, ਤੇ ਵੈਸੇ ਹੀ ਬੈਟਰ ਰਹੇਗਾ ਕਿ ਐਸਟਰਾਜ਼ੈਨੇਕਾ ਦੀ ਵੈਕਸੀਨ ਲਗਾ ਲੈਣ ਇੱਥੇ। ਪਰ ਜਿਵੇਂ ਮੈਂ ਕਿਹਾ ਸੀਗਾ ਕਿ ਜੇ ਇਨਫੈਕਸ਼ਨ ਹਲੇ ਹੋਇਆ ਹੈਗਾ, ਐਟਲੀਸਟ 1 ਮਹੀਨਾ ਰੁਕ ਕੇ, 1 ਮਹੀਨਾ ਜਦੋਂ ਇਨਫੈਕਸ਼ਨ ਕੁਆਰੰਟਾਈਨ ਪੀਰੀਅਡ ਉਹਨਾਂ ਦਾ ਖਤਮ ਹੋ ਜਾਂਦਾ, 1 ਮਹੀਨਾ ਰੁਕ ਕੇ ਫਿਰ ਉਸ ਤੋਂ ਬਾਅਦ ਇੱਕ ਐਸਟਰਾਜ਼ੈਨੇਕਾ ਦੀ ਵੈਕਸੀਨ ਲਗਾ ਲੈਣ। ਜੇ 3-4 ਮਹੀਨਿਆਂ ਵਿੱਚ ਇੱਥੇ ਹੀ ਰਹਿਣਾ ਤਾਂ ਦੂਸਰੀ ਵੈਕਸੀਨ ਵੀ ਇੱਥੇ ਲਗਾ ਲੈਣ, ਜਾਂ ਫਿਰ ਇੰਡੀਆ ਜਾ ਕੇ ਲਗਾਣੀ ਤਾਂ ਉਹ ਵੀ ਸੇਮ ਵੈਕਸੀਨ ਕੋਵੀਸ਼ੀਲਡ ਦੇ ਨਾਂ ਤੇ ਉੱਥੇ ਵੀ ਲੱਗ ਸਕਦੀ। ਜੀ ਬਿਲਕੁਲ। ਤੇ ਇਹਨਾਂ ਨੇ ਖੁਦ ਦੇ ਬਾਰੇ ਵੀ ਪੁੱਛਿਆ ਸੀ ਕਿ ਉਹ ਕਦੋਂ ਤੱਕ ਐਲੀਜੀਬਲ ਹੋ ਸਕਦੇ ਆ ਵੈਕਸੀਨ ਲਗਾਉਣ ਲਈ, ਉਹ ਖੁਦ ਵੀ ਪੋਜ਼ਿਟਿਵ ਨੇ।
ਜੀ ਸੋ ਅਗੇਨ 1 ਮਹੀਨਾ ਰੁਕ ਕੇ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਅਪਾਇੰਟਮੈਂਟ ਦੀ। ਜੇ ਅਪਾਇੰਟਮੈਂਟ ਦੀ ਗੱਲ ਕਰੀਏ ਤਾਂ ਹੁਣ ਇਸ ਹਫਤੇ ਤੋਂ ਪਿਛਲੇ ਹਫਤੇ ਤੋਂ ਓਨਟਾਰੀਓ ਵਿੱਚ ਅਲੱਗ-ਅਲੱਗ ਹੌਟ ਜ਼ੋਨਸ ਵਿੱਚ ਕੁਝ ਪੋਸਟਲ ਕੋਡ ਹੈਗੇ ਨੇ ਹੌਟ ਜ਼ੋਨ ਜਿਹਦੇ ਵਿੱਚ ਬਰੈਂਪਟਨ ਪੂਰਾ ਹੀ ਆ ਜਾਂਦਾ ਹੈਗਾ ਇੱਕ ਤਰ੍ਹਾਂ ਨਾਲ। ਤੇ ਉਹਨਾਂ ਵਿੱਚ 18 ਸਾਲ ਤੋਂ ਉੱਪਰ ਜਿਹੜੇ ਵੀ ਲੋਕ ਹੈਗੇ ਨੇ ਉਹ ਇੱਕ ਤਰ੍ਹਾਂ ਨਾਲ ਐਲੀਜੀਬਲ ਹੋ ਗਏ ਨੇ, ਪਰ ਹਾਲੇ ਅਪਾਇੰਟਮੈਂਟਸ ਜਿਹੜੀਆਂ ਹੈਗੀਆਂ ਨੇ ਬਹੁਤ ਥੋੜੀਆਂ ਹੈਗੀਆਂ ਨੇ। ਤੁਸੀਂ ਵਿਲੀਅਮ ਓਸਲਰ ਹਸਪੀਟਲ ਜਿਹੜਾ ਹੈਗਾ ਉਹਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੈਗੇ ਹੋ ਓਵਰ ਐਲੀਜੀਬਿਲਿਟੀ, ਤੇ ਜਿਹੜੇ ਵੀ 18 ਸਾਲ ਤੋਂ ਉੱਪਰ ਹੈਗੇ ਨੇ ਉਹਨਾਂ ਪੋਸਟਲ ਕੋਡਸ ਵਿੱਚ ਰਹਿੰਦੇ ਹੈਗੇ ਨੇ। ਜੇ ਤੁਸੀਂ ਰਹਿੰਦੇ ਹੈਗੇ ਹੋ ਤੇ ਫਿਰ ਤੁਸੀਂ ਉਹ ਵਿਲੀਅਮ ਓਸਲਰ ਹਸਪੀਟਲ ਦੀ ਵੈਬਸਾਈਟ ਤੇ ਜਾ ਕੇ ਅਪਾਇੰਟਮੈਂਟ ਬਣਵਾਉਣ ਦੀ ਕੋਸ਼ਿਸ਼ ਕਰ ਸਕਦੇ ਹੈਗੇ ਹੋ। ਜਿਵੇਂ ਮੈਂ ਕਿਹਾ ਅਪਾਇੰਟਮੈਂਟ ਥੋੜੀਆਂ ਹੈਗੀਆਂ ਪਰ ਹੌਲੀ ਹੌਲੀ ਸਾਰਿਆਂ ਨੂੰ ਹੀ ਲੱਗ ਜਾਣੀ ਹੈਗੀ ਆ ਜਿਵੇਂ ਜਿਵੇਂ ਅਪਾਇੰਟਮੈਂਟ ਖੁੱਲਣਗੀਆਂ। ਜੀ ਬਿਲਕੁਲ। ਇਸ ਤੋਂ ਬਾਅਦ ਕਾਲ ਆਈ ਸੀ, ਉਹਨਾਂ ਦਾ ਕਹਿਣਾ ਸੀ ਕਿ 77 ਸਾਲ ਦੇ ਉਹ ਹੈਗੇ ਨੇ ਤੇ ਉਹ ਪੁੱਛਣਾ ਚਾਹੁੰਦੇ ਨੇ ਕਿ ਵੈਕਸੀਨ ਦੇ ਬਾਰੇ ਵਿੱਚ, ਕਿ ਉਹਨਾਂ ਨੇ ਵੈਕਸੀਨ ਲਗਵਾਈ ਸੀ ਤੇ ਉਸ ਤੋਂ ਬਾਅਦ 2 ਹਫ਼ਤਿਆਂ ਬਾਅਦ ਵੈਕਸੀਨ ਲਗਾਉਣ ਤੋਂ ਉਹਨਾਂ ਨੂੰ ਟੈਂਪਰੇਚਰ ਵਗੈਰਾ ਸਟਾਰਟ ਹੋ ਗਿਆ ਸੀ। ਇਹਦਾ ਕੀ ਰੀਜ਼ਨ ਹੋ ਸਕਦਾ ਆ? 25 ਮਾਰਚ ਨੂੰ ਉਹਨਾਂ ਨੇ ਲਗਵਾਈ ਸੀ ਜੀ ਮੋਡਰਨਾ ਦੀ। तो बिल्कुल सही गल है। ਆਪਾਂ ਨਾ ਵੈਕਸੀਨ ਲੋਕੀ ਲਗਾਉਣ ਵਾਸਤੇ ਬਹੁਤ ਅੱਛੇ ਸਵਾਲ ਪੁੱਛ ਰਹੇ ਹੈਗੇ ਨੇ ਐਂਡ ਜ਼ਰੂਰੀ ਵੀ ਹੈਗੇ ਨੇ। ਮੈਨੂੰ ਖੁਸ਼ੀ ਹੈਗੀ ਹੈ ਕਿ ਲੋਕੀ ਚਾਹੁੰਦੇ ਨੇ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਵੈਕਸੀਨ ਲੱਗੇ ਤੇ ਵੈਕਸੀਨ ਜਿਹਨਾਂ ਨੂੰ ਲੱਗ ਗਈ ਹੈਗੀ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਹੈਗੇ ਨੇ। ਪਹਿਲੀ ਗੱਲ ਮੈਂ ਕਹਾਂਗਾ ਇਸ ਕੁਐਸਚਨ ਦੇ ਬਾਰੇ ਕਿ ਬਈ ਜੇ ਇੱਕ ਵੈਕਸੀਨ ਲੱਗ ਵੀ ਗਈ ਹੈਗੀ ਹੈ ਤੇ ਤਾਂ ਵੀ ਆਪਾਂ ਸਾਰੇ ਜਿਹੜੇ ਪ੍ਰੀਕਾਸ਼ਨ ਲੈਂਦੇ ਹੈਗੇ ਆ ਵੀ ਲੋਕਾਂ ਨੂੰ ਨਹੀਂ ਮਿਲਣਾ। ਜੇ 2 ਆਪਾਂ ਕਹੀਏ ਉਹਨੂੰ ਵੀ ਵੈਕਸੀਨ ਲੱਗ ਗਈ ਮੈਨੂੰ ਵੀ ਲੱਗ ਗਈ ਤੇ ਆਪਾਂ ਮਿਲ ਸਕਦੇ ਹੈਗੇ ਆ, ਐਵੇਂ ਨਹੀਂ ਹੈਗਾ। ਫਿਰ ਵੀ ਸਾਰੇ ਪ੍ਰੀਕਾਸ਼ਨ ਲੈਣੇ ਜ਼ਰੂਰੀ ਹੈਗੇ ਨੇ। ਜਦੋਂ ਤੱਕ ਦੂਸਰਾ ਵੈਕਸੀਨ ਲੱਗ ਜਾਂਦਾ ਹੈਗਾ ਤੇ ਉਸ ਤੋਂ ਬਾਅਦ 2 ਹਫ਼ਤੇ ਬਾਅਦ, ਦੂਸਰੇ ਵੈਕਸੀਨ ਤੋਂ 2 ਹਫ਼ਤੇ ਬਾਅਦ ਜਿਹੜੀ ਹੈਗੀ ਆ ਕੁਝ ਇਮਿਊਨਿਟੀ ਜਿਹੜੀ ਪੂਰੀ ਆਣੀ ਸ਼ੁਰੂ ਹੁੰਦੀ ਹੈਗੀ। ਇਮਿਊਨ ਸਿਸਟਮ ਆਪਣਾ ਪੂਰਾ ਸਟਰੋਂਗ ਹੁੰਦਾ ਹੈ ਇਨਫੈਕਸ਼ਨ ਤੋਂ ਬਚਾਉਣ ਵਾਸਤੇ। ਜੀ ਇੱਕ ਤਾਂ ਇਹ ਗੱਲ ਹੈਗੀ ਆ। ਤੇ ਦੂਸਰੀ ਗੱਲ ਜਿਹੜੀ ਉਹਨਾਂ ਦੀ ਹੈਗੀ ਹੈ ਕਿ ਬਈ ਉਹਨਾਂ ਨੂੰ ਹਲਕਾ ਜਿਹਾ ਬੁਖਾਰ ਹੋਇਆ, ਐਵੇਂ ਹੋ ਸਕਦਾ ਆਪਾਂ ਕਹੀਏ ਕਿ ਇੱਕ ਤਰ੍ਹਾਂ ਨਾਲ ਤੁਹਾਡੀ ਇਮਿਊਨ ਸਿਸਟਮ ਜਿਹੜਾ ਹੈਗਾ ਸਟਰੋਂਗ ਹੁੰਦਾ ਹੈਗਾ। ਕਈਆਂ ਦਾ ਦੂਸਰੇ ਦਿਨ ਹੀ ਹੋ ਜਾਂਦਾ ਬੁਖਾਰ, ਕਈਆਂ ਦਾ 2 ਹਫ਼ਤੇ ਤੱਕ ਹੋ ਜਾਂਦਾ ਹੈਗਾ। ਉਮਰ ਤੇ ਵੀ ਕੁਝ ਡਿਪੈਂਡ ਕਰਦਾ ਹੈਗਾ। ਪਰ 2 ਹਫ਼ਤੇ ਬਾਅਦ ਜੇ ਥੋੜਾ ਜਿਹਾ ਬੁਖਾਰ ਹੋਇਆ, ਠੀਕ ਹੋ ਗਿਆ ਤੇ ਉਹਦੇ ਚ ਕੋਈ ਪਰੇਸ਼ਾਨੀ ਦੀ ਗੱਲ ਨਹੀਂ ਹੈਗੀ ਤੇ ਤੁਸੀਂ ਇਹਦੇ ਬਾਰੇ ਘਬਰਾਉਣਾ ਨਹੀਂ ਹੈ। ਜੀ ਨੈਕਸਟ ਕਾਲਰ ਜੁੜ ਗਏ ਨੇ ਸਾਡੇ ਨਾਲ ਕਾਫੀ ਸਮੇਂ ਤੋਂ ਹੋਲਡ ਤੇ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਤੁਹਾਨੂੰ ਅੱਗੇ ਵੀ ਸਵਾਲ ਕੀਤਾ ਸੀਗਾ ਕਿ ਮੈਂ ਪੋਜ਼ਿਟਿਵ ਨਹੀਂ ਹੈਗੀ, ਮਤਲਬ ਮੇਰਾ ਨੈਗੇਟਿਵ ਹੈ, ਮੇਰੀ ਬੇਟੀ ਦਾ ਪੋਜ਼ਿਟਿਵ ਹੈ ਤੇ ਮੈਨੂੰ ਬੁਖਾਰ ਵੀ ਆ ਰਿਹਾ ਵਾ ਤੇ ਮੈਨੂੰ। ਮੈਮ ਤੁਹਾਡਾ ਜੇ ਟੀਵੀ ਸਕਰੀਨ ਤੇ ਅਸੀਂ ਆਨਸਰ ਦੇਣਾ ਆ, ਤੁਸੀਂ ਟੀਵੀ ਸਕਰੀਨ ਤੇ ਦੇਖਦੇ ਰਹੋ ਪ੍ਰੋਗਰਾਮ, ਤੁਹਾਡਾ ਆਨਸਰ ਅਸੀਂ ਉੱਥੇ ਦੇ ਰਹੇ ਹਾਂ ਤੁਹਾਨੂੰ। ਉਹ ਤੁਸੀਂ ਨਾਲ ਦੀ ਨਾਲ ਦੇ ਰਹੇ ਹੋ ਨਾ ਜਵਾਬ, ਮੈਂ ਤਾਂ ਦੁਬਾਰਾ ਨਹੀਂ ਉਹ ਤੁਸੀਂ ਟੀਵੀ ਸਕਰੀਨ ਤੇ ਦੇਖਦੇ ਰਹੋ, ਮੈਂ ਨਾਲ ਤੁਹਾਡਾ ਕੁਐਸਚਨ ਰਿਪੀਟ ਕਰਾਂਗੀ ਤੇ ਉਸ ਤੋਂ ਬਾਅਦ ਡਾਕਟਰ ਬਜਾਜ ਉਹਦਾ ਰਿਪਲਾਈ ਕਰਨਗੇ। ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਤੇ ਸਰ ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ, ਅਸੀਂ ਉਹਨਾਂ ਦਾ ਸਵਾਲ ਲੈ ਕੇ ਫਿਰ ਮੈਂ ਬਾਕੀ ਦੇ ਸਾਰੇ ਸਵਾਲ ਪੁੱਛਦੀ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਪੁੱਛਣਾ ਚਾਹੁੰਦੇ ਹੋ? ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਡਮ ਜੀ ਪੁੱਛ ਰਿਹਾ ਸੀਗਾ ਮੈਂ। ਹੈਲੋ ਜੀ, ਸ਼ਾਇਦ ਫੋਨ ਡਿਸਕਨੈਕਟ ਹੋ ਗਿਆ, ਦੁਬਾਰਾ ਤੁਸੀਂ ਕਾਲ ਕਰ ਲਿਓ ਜੀ। ਤੇ ਸਰ ਅਸੀਂ ਗੱਲਬਾਤ ਕਰ ਰਹੇ ਸੀ, ਨੈਕਸਟ ਸਾਡਾ ਜਿਹੜਾ ਕੁਐਸਚਨ ਹੈਗਾ, ਸਰ ਦੀ ਕਾਲ ਆਈ ਸੀ, ਉਹਨਾਂ ਦਾ ਕਹਿਣਾ ਸੀਗਾ ਕਿ ਮੈਮ ਦੀ ਕਾਲ ਆਈ ਸੀ, ਉਹਨਾਂ ਨੇ ਕਿਹਾ ਸੀ ਉਹਨਾਂ ਦੇ ਹਸਬੈਂਡ ਜਿਹੜੇ ਨੇ ਉਹਨਾਂ ਨੂੰ ਪੈਨਸਲਿਨ ਤੋਂ ਜਿਹੜੀ ਆ ਪ੍ਰੋਬਲਮ ਹੈਗੀ ਆ, ਐਲਰਜੀ ਹੈ, ਤੇ ਉਹ ਪੁੱਛਣਾ ਚਾਹੁੰਦੇ ਨੇ ਕਿ ਕੀ ਉਹ ਕੋਵਿਡ ਵੈਕਸੀਨ ਲੈ ਸਕਦੇ ਨੇ ਜਾਂ ਕਿਹੜੀ ਲੈ ਸਕਦੇ ਨੇ? ਕੋਈ ਪੈਨਿਸਿਲਿਨ ਐਲਰਜੀ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਜੀ। ਜਿਨ੍ਹਾਂ ਨੂੰ ਪੈਨਿਸਿਲਿਨ ਦੀ ਐਲਰਜੀ ਹੈਗੀ ਆ ਜਾਂ ਡਸਟ ਦੀ ਐਲਰਜੀ ਹੈਗੀ ਹੈ, ਕੋਈ ਪ੍ਰੋਬਲਮ ਨਹੀਂ ਹੈਗੀ ਆ। ਐਲਰਜੀ ਜਿਹੜੀ ਖਾਸ ਵੈਕਸੀਨ ਤੋਂ ਹੈਗੀ ਹੈ ਤਾਂ ਫਿਰ ਤੁਸੀਂ ਗੱਲ ਕਰ ਸਕਦੇ ਹੈਗੇ ਹੋ, ਪਰ ਪੈਨਿਸਿਲਿਨ ਦੀ ਐਲਰਜੀ ਨਾਲ ਕੋਈ ਪ੍ਰੋਬਲਮ ਨਹੀਂ, ਜਿਹੜੀ ਵੀ ਵੈਕਸੀਨ ਮਿਲ ਜਾਵੇ ਲੈ ਸਕਦੇ ਹੈ। ਜੀ ਬਿਲਕੁਲ। ਇਹਨਾਂ ਨੇ ਨਾਲ ਹੀ ਆਪਣੇ ਫਾਦਰ ਸਾਹਿਬ ਬਾਰੇ ਪੁੱਛਿਆ ਸੀ ਕਿ ਉਹਨਾਂ ਨੇ ਇੰਡੀਆ ਤੋਂ ਇੱਕ ਡੋਜ਼ ਲਈ ਹੈ ਤੇ ਦੂਜੀ ਡੋਜ਼ ਕੀ ਇੱਥੇ ਆ ਕੇ ਲੈ ਸਕਦੇ ਨੇ? ਜੀ ਉਹੀ ਗੱਲ ਹੈਗੀ ਹੈ ਕਿ ਵੀ ਜੇ ਕੋਵਿਸ਼ੀਲਡ ਦੀ ਵੈਕਸੀਨ ਮਿਲੀ ਸੀ ਇੰਡੀਆ ਵਿੱਚ ਤੇ ਫਿਰ ਹੁਣ ਇੱਥੇ ਐਸਟਰਾਜ਼ੈਨਿਕਾ ਦੀ ਵੈਕਸੀਨ ਜਿਹੜੀ ਹੈਗੀ ਹੈ, ਜਿਹੜੀ ਫਾਰਮੇਸੀਆਂ ਵਿੱਚ ਮਿਲ ਰਹੀ ਹੈਗੀ ਆ, ਕਾਫੀ ਫਾਰਮੇਸੀਆਂ ਓਨਟਾਰੀਓ ਵਿੱਚ ਵੀ ਹਰ ਜਗ੍ਹਾ ਐਸਟਰਾਜ਼ੈਨਿਕਾ ਦੀ ਵੈਕਸੀਨ ਦੇ ਰਹੀਆਂ ਹੈਗੀਆਂ ਨੇ। ਤੇ ਤੁਸੀਂ ਉਹਨਾਂ ਦੀ ਆਪਣੇ ਫਾਦਰ ਸਾਹਿਬ ਦੀ ਅਪਾਇੰਟਮੈਂਟ ਜਿਹੜੀ ਹੈਗੀ ਹੈ ਐਸਟਰਾਜ਼ੈਨਿਕਾ ਦੀ ਵੈਕਸੀਨ ਲੈਣੀ ਹੈਗੀ ਆ, ਉਹ ਸੇਮ ਹੈਗੀ ਹੈ ਕੋਵਿਸ਼ੀਲਡ ਵੈਕਸੀਨ। ਜੇ ਇੰਡੀਆ ਦੀ ਦੂਸਰੀ ਵੈਕਸੀਨ ਲੱਗੀ ਹੈਗੀ ਹੈ ਕੋਵੈਕਸਿਨ, ਤੇ ਫਿਰ ਉਹ ਇੰਡੀਆ ਦੀ ਇਹ ਵੈਕਸੀਨ ਇੱਥੇ ਨਹੀਂ ਹੈਗੀ ਆ, ਤਾਂ ਤੁਸੀਂ ਇੱਥੇ ਨਹੀਂ ਲਗਵਾ ਸਕਦੇ। ਜੀ ਬਿਲਕੁਲ। ਇਸ ਤੋਂ ਬਾਅਦ ਕੁਲਦੀਪ ਜੀ ਦੇ ਸਵਾਲ ਦਾ ਜਵਾਬ ਦੇਵਾਂਗੇ ਤੇ ਬ੍ਰੈਂਪਟਨ ਤੋਂ ਜਿਹੜੇ ਮੈਮ ਨੇ ਹੁਣੀ ਕਾਲ ਕੀਤੀ ਸੀ ਉਹਨਾਂ ਦਾ ਜਵਾਬ ਦੇਵਾਂਗੇ। ਪਹਿਲਾਂ ਇੱਕ ਕਾਲਰ ਹੋ ਜੁੜ ਕੇ ਉਹਨਾਂ ਨਾਲ ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ?
ਸਤਿ ਸ਼੍ਰੀ ਅਕਾਲ ਤਰਨਜੀਤ ਜੀ, ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ ਤੇ ਕੀ ਸਵਾਲ ਹੈ? ਬ੍ਰਹਮਟਨ ਤੋਂ ਬੋਲ ਰਹੇ ਹਾਂ। ਮੇਰੀ ਵਾਈਫ ਨੂੰ ਵੈਰੀਕੋਵੇਨ ਲੈਗਸ ਦੇ ਵਿੱਚ ਗੋਡਿਆਂ ਦੇ ਥੱਲੇ, ਤੇ ਕੀ ਉਹ ਇੰਜੈਕਸ਼ਨ ਲੈ ਸਕਦੀ ਹੈ? ਉਹਨੂੰ ਕੋਈ ਇਫੈਕਟ ਤਾਂ ਨਹੀਂ ਪਊਗਾ ਇਹਦੇ ਨਾਲ? ਜੀ ਆਪਾਂ ਠੀਕ ਹੈ ਜੀ। ਆਨਸਰ ਦਈਏ ਜੀ। ਹਾਂਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਬਹੁਤ ਬਹੁਤ। ਸਰ ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਦਿੱਲੀ ਪਿੰਡ ਤੋਂ ਬੋਲਦਾ ਅਵਤਾਰ ਜੀ। ਮੇਰੀ ਮਦਰ ਹੈ ਨਾ, ਸ਼ੀ 80 ਸਾਲ ਦੇ ਨੇ, ਰਾਈਟ? ਉਹ ਕਹਿੰਦੇ, ਮੈਂ ਉਹਨਾਂ ਨੂੰ ਵੈਕਸੀਨ ਬਾਰੇ ਆਇਆ ਸੀਗਾ ਆਪਣੇ ਵੀ ਤੁਸੀਂ ਲਵਾ ਲਓ, ਪਰ ਮੇਰੀ ਮਦਰ ਇਹ ਕਹਿੰਦੇ ਵੀ ਮੈਂ ਕਿਤੇ ਜਾਂਦੀ ਨਹੀਂ, ਮੈਂ ਅੰਦਰੇ ਰਹਿੰਦੀ, ਰਾਈਟ? ਸੋ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ, ਪਰ ਉਹ ਉਹਨਾਂ ਦੇ ਦਿਮਾਗ 'ਚ ਇਹ ਹੈ ਵੀ ਇਹ ਲਵਾਉਣ ਨਾਲ ਕੋਈ ਪ੍ਰੋਬਲਮ ਨਾ ਆ ਜਾਵੇ। ਆਈ ਡੋਨਟ ਨੋ ਜੀ, ਬਹੁਤ ਅੱਛਾ ਕੁਐਸਚਨ। ਤੁਸੀਂ ਬਿਲਕੁਲ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਲਗਵਾਉਣੀ ਚਾਹੀਦੀ ਹੈ ਕਿ ਨਹੀਂ? ਹਾਂਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਕਾਲਰ ਇੱਕ ਹੋਰ ਜੁੜ ਗਏ ਨੇ, ਆਖਰੀ ਕਾਲ ਲੈ ਰਹੇ ਹਾਂ, ਉਸ ਤੋਂ ਬਾਅਦ ਆਪਾਂ ਆਨਸਰਸ ਦੇਵਾਂਗੇ, ਦੈਨ ਫਿਰ ਲਾਈਨਸ ਓਪਨ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਤਰਨ ਜੀ, ਮੈਂ ਬ੍ਰਹਮਟਨ ਤੋਂ ਬੋਲਦੀ ਹਾਂ। ਮੈਂ ਪਹਿਲੇ ਪ੍ਰੋਗਰਾਮ 'ਚ ਵੀ ਕਾਲ ਕੀਤੀ ਸੀ ਵੀ ਜਿੱਦਾਂ ਮੇਰੇ ਹਸਬੈਂਡ ਨੂੰ ਨੀਡਲ ਨਹੀਂ ਲਾਇਆ ਉਹਨਾਂ ਨੇ। ਟਰੱਕ ਡਰਾਈਵ ਕਰਦੇ ਆ ਨਾ, ਉਹ ਕਹਿੰਦੇ ਵੀ 14 ਦਿਨ ਘਰ ਰਹਿਣਾ ਪੈਣਾ, ਉਹਦੇ ਬਾਰੇ ਪੁੱਛਣਾ ਸੀ ਡਾਕਟਰ ਸਾਹਿਬ ਤੋਂ। ਤੁਸੀਂ ਆਪਣਾ ਇੱਕ ਵਾਰੀ ਸਵਾਲ ਰਿਪੀਟ ਕਰ ਦੋਗੇ ਡਾਕਟਰ ਬਜਾਜ ਨੂੰ? ਹਾਂਜੀ ਡਾਕਟਰ ਸਾਹਿਬ, ਲਾਸਟ ਸੈਚਰਡੇ ਮੇਰੇ ਹਸਬੈਂਡ ਦੀ ਅਪਾਇੰਟਮੈਂਟ ਸੀ, ਰਾਈਟ? ਤੇ ਉਹਨਾਂ ਨੇ ਪਹਿਲਾਂ ਕੁਐਸਚਨ ਪੁੱਛੇ, ਫਿਰ ਕਹਿੰਦੇ ਤੁਹਾਨੂੰ ਅਸੀਂ ਦੇ ਨਹੀਂ ਸਕਦੇ ਵੈਕਸੀਨ ਕਿਉਂਕਿ 14 ਦਿਨ ਤੁਹਾਨੂੰ ਪਹਿਲਾਂ ਘਰ ਰਹਿਣਾ ਪੈਣਾ, ਰਾਈਟ? ਤੇ ਫਿਰ ਲਾ ਸਕਦੇ ਆ। ਨਹੀਂ ਸਰ, ਉਹ ਟਰੱਕ ਡਰਾਈਵਿੰਗ ਦੀ ਜੌਬ ਕਰਦੇ ਨੇ ਤੇ ਜਿਵੇਂ ਤਾਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਅਜੇ ਅਸੀਂ ਦੇ ਨਹੀਂ ਸਕਦੇ ਵੈਕਸੀਨ ਤੇ ਤੁਹਾਨੂੰ 14 ਡੇਜ਼ ਲਈ ਵੇਟ ਕਰਨਾ ਪੈਣਾ। ਸੋ ਉਹਦੇ ਬਾਰੇ ਜਾਣਨਾ ਚਾਹੁੰਦੇ ਨੇ। ਤੁਸੀਂ ਕੁਝ ਪੁੱਛਣਾ ਚਾਹੁੰਦੇ ਜਾਂ ਆਪਾਂ ਆਨਸਰ ਦਈਏ? ਨਹੀਂ, ਆਨਸਰ ਦੇ ਸਕਦੇ ਹੈਗੇ ਆ, ਪਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਸਰ। ਹੁਣ ਕਾਲਸ ਅਸੀਂ ਹੋਲਡ ਕਰਾਂਗੇ ਕੁਝ ਸਮੇਂ ਲਈ ਜੀ। ਦੈਨ ਕੁਲਦੀਪ ਜੀ ਦੀ ਕਾਲ ਆਈ ਸੀ, ਉਹਨਾਂ ਨੇ ਕਿਹਾ ਸੀ ਉਹਨਾਂ ਦੀ ਵਾਈਫ ਨੂੰ ਐਸਮਾ ਹੈਗਾ ਆ, ਜਿਹੜਾ ਕਿ ਹਜੇ ਗਾਈਡਲਾਈਨਸ ਦੇ ਵਿੱਚ ਇਹ ਚੀਜ਼ ਜਿਹੜੀ ਆ ਨਾਮ ਬਿਮਾਰੀ ਦਾ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ ਜੋ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ। ਸੋ ਪੁੱਛਣਾ ਚਾਹੁੰਦੇ ਨੇ ਕਿ ਉਹਨਾਂ ਦੀ ਵਾਈਫ ਨੂੰ ਕਿਹੜਾ ਸਭ ਤੋਂ ਸੁਟੇਬਲ ਜਿਹੜੀ ਆ ਵੈਕਸੀਨ ਹੋ ਸਕਦੀ ਹੈ? ਜੀ, ਜਿਹੜੀ ਮਿਲ ਜਾਵੇ ਵੈਕਸੀਨ ਸਭ ਤੋਂ ਜਲਦੀ ਉਹ ਸੂਟੇਬਲ ਹੈਗੀ ਆ। ਕੈਨੇਡਾ ਵਿੱਚ 55 ਤੋਂ ਜਿਹੜੇ ਘੱਟ ਹੈਗੇ ਨੇ ਉਹਨਾਂ ਨੂੰ ਐਸਟਰਾਜ਼ੈਨੇਕਾ ਦੀ ਵੈਕਸੀਨ ਨਹੀਂ ਲਗਾਈ ਜਾ ਰਹੀ ਹੈਗੀ ਆ। ਜਿਹੜੇ 55 ਤੋਂ ਉੱਪਰ ਹੈਗੇ ਨੇ ਉਹਨਾਂ ਨੂੰ ਜਿਹੜੀ ਸਭ ਤੋਂ ਪਹਿਲਾਂ ਮਿਲ ਜਾਵੇ ਵੈਕਸੀਨ, ਕੋਈ ਪ੍ਰੋਬਲਮ ਨਹੀਂ ਹੈਗੀ ਆ। ਜਿਹੜੇ 55 ਤੋਂ ਘੱਟ ਹੈਗੇ ਨੇ ਉਹਨਾਂ ਨੂੰ ਫਾਈਜ਼ਰ ਜਾਂ ਮੋਡਰਨਾ ਜਿਹੜੀ ਮਿਲ ਜਾਵੇ ਸਭ ਤੋਂ ਪਹਿਲਾਂ, ਉਹ ਸਭ ਤੋਂ ਸੂਟੇਬਲ ਹੈਗੀ ਆ। ਤੇ ਜਿਨ੍ਹਾਂ ਨੂੰ ਅਸਥਮਾ ਹੈਗਾ ਜਾਂ ਲੰਗ ਦੀ ਪ੍ਰੋਬਲਮ ਹੈਗੀ ਆ, ਉਹਨਾਂ ਨੂੰ ਬਿਲਕੁਲ ਮੰਨਿਆ ਜਾਂਦਾ ਹੈਗਾ ਕਿ ਰਿਸਕ ਹਾਈ ਹੈਗਾ, ਉਹਨਾਂ ਹਾਈ ਨਹੀਂ ਹੈਗਾ ਜਿਨ੍ਹਾਂ ਨੂੰ ਹੋਰ ਜ਼ਿਆਦਾ ਪ੍ਰੋਬਲਮ ਹੋਵੇ, ਪਰ ਫਿਰ ਵੀ ਜਲਦੀ ਤੋਂ ਜਲਦੀ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ। ਜੀ ਬਿਲਕੁਲ। ਨੈਕਸਟ ਕਾਲਰ ਸੀਗੇ ਜੀ ਬ੍ਰੈਂਪਟਨ ਤੋਂ। ਉਹਨਾਂ ਦਾ ਕਹਿਣਾ ਸੀਗਾ ਕਿ ਮੈਮ ਦਾ ਕਿ ਉਹਨਾਂ ਦੀ ਬੇਟੀ ਅਤੇ ਜਵਾਈ ਨੂੰ ਕੋਵਿਡ ਹੋ ਚੁੱਕਿਆ ਹੈ ਤੇ ਉਹਨਾਂ ਨੇ 10 ਅਪ੍ਰੈਲ ਨੂੰ ਆਪਣੀ ਬੇਟੀ ਦੇ ਨਾਲ ਜਿਹੜਾ ਜਾ ਕੇ ਆਪਣਾ ਟੈਸਟ ਕਰਵਾਇਆ ਸੀ। ਬੇਟੀ ਪੋਜ਼ਿਟਿਵ ਰਹੀ ਪਰ ਉਹ ਨੈਗੇਟਿਵ ਰਹੇ, ਪਰ ਹੁਣ ਉਹਨਾਂ ਨੂੰ ਬੁਖਾਰ ਖਾਂਸੀ ਵਗੈਰਾ ਜਿਹੜੀ ਆ ਉਹ ਫੀਲ ਹੁੰਦੀ ਆ। ਉਹ ਪੁੱਛਣਾ ਚਾਹੁੰਦੇ ਨੇ ਕਿ ਕੀ ਉਹਨਾਂ ਨੂੰ ਦੁਬਾਰਾ ਟੈਸਟ ਕਰਵਾਉਣਾ ਚਾਹੀਦਾ? ਜੀ ਬਿਲਕੁਲ ਕਰਾਉਣਾ ਚਾਹੀਦਾ ਹੈਗਾ, ਕਿਉਂਕਿ ਅੱਜ ਕੱਲ੍ਹ ਅਸੀਂ ਬੁਖਾਰ ਖਾਂਸੀ ਦੀ ਜਦੋਂ ਗੱਲ ਕਰਦੇ ਹੈਗੇ ਆ ਤੇ ਕਰੋਨਾ ਹੀ ਫੈਲ ਰਿਹਾ ਹੈਗਾ ਤੇ ਉਹੀ ਉਹ ਟੈਸਟ ਕਰਾਉਣਾ ਜ਼ਰੂਰੀ ਹੈਗਾ। ਕਈ ਵਾਰੀ ਕੀ ਹੁੰਦਾ ਹੈ ਕਿ ਮੈਂ ਐਗਜ਼ਾਮਪਲ ਦੇ ਰਿਹਾ, ਮੈਨੂੰ ਨਹੀਂ ਪਤਾ, ਪਰ ਹੋ ਸਕਦਾ ਹੈ ਕਿ ਬੇਟੀ ਨੂੰ ਕੁਝ ਦਿਨ ਪਹਿਲਾਂ ਉਹਨਾਂ ਨੂੰ ਹੋਇਆ, ਸ਼ੁਰੂਆਤ ਵਿੱਚ ਉਹਨਾਂ ਦੇ ਘਰ ਵਿੱਚ ਸਭ ਤੋਂ ਪਹਿਲਾਂ ਬੇਟੀ ਨੂੰ ਹੋਇਆ ਹੋਵੇ ਤੇ ਬੇਟੀ ਤੋਂ ਜੇ ਮਦਰ ਤੱਕ ਫੈਲਿਆ ਹੋਵੇ ਤੇ ਸ਼ੁਰੂਆਤ ਵਿੱਚ ਕੁਝ ਦਿਨ 2-3 ਦਿਨ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਦਾ ਕੋਵਿਡ ਟੈਸਟ ਜਿਹੜਾ ਹੈਗਾ ਨੈਗੇਟਿਵ ਆ ਸਕਦਾ ਹੈਗਾ। ਤੇ ਇਸ ਲਈ ਜੇ ਉਹਨਾਂ ਨੂੰ ਬੁਖਾਰ ਹਾਲੇ ਵੀ ਚੱਲ ਰਿਹਾ, ਖਾਂਸੀ ਫਿਰ ਵੀ ਚੱਲ ਰਹੀ ਹੈਗੀ ਆ, ਤੇ ਆਪਾਂ ਜ਼ਰੂਰ ਦੁਬਾਰਾ ਟੈਸਟ ਕਰਾਈਏ ਤੇ ਹੋ ਸਕਦਾ ਪੋਜ਼ਿਟਿਵ ਆਵੇ। ਪਰ ਜੇ ਘਰ ਵਿੱਚ ਹੈਗੇ ਨੇ ਤੇ ਆਪਾਂ ਬਿਲਕੁਲ ਅਲੱਗ ਰਹਿਣਾ ਹੈਗਾ, ਕਮਰਾ ਵੀ ਅਲੱਗ, ਖਾਣਾ ਵੀ ਅਲੱਗ, ਜਿਹੜਾ ਹੈਗਾ ਬਿਲਕੁਲ ਮਿਲਣਾ ਜੁਲਣਾ ਨਹੀਂ ਹੈਗਾ। ਜਿਹੜੇ ਵੀ ਇੱਕ ਘਰ ਵਿੱਚ ਰਹਿੰਦੇ ਨੇ, ਜੇ ਇੱਕ ਘਰ ਵਿੱਚ ਕਿਸੇ ਨੂੰ ਹੈਗਾ, ਬਹੁਤ ਦੇਖਿਆ ਜਾ ਰਿਹਾ ਹੈਗਾ ਕਿ ਪੂਰੇ ਘਰ ਵਿੱਚ ਸਾਰਿਆਂ ਨੂੰ ਹੋ ਜਾਂਦਾ ਹੈਗਾ। ਇਸ ਲਈ ਆਪਾਂ ਬਹੁਤ ਹੀ ਜ਼ਿਆਦਾ ਖਿਆਲ ਰੱਖੀਏ। ਜੇ ਹੋ ਸਕੇ ਤਾਂ ਬਿਲਕੁਲ ਬਾਹਰ ਹੀ ਖਾਣਾ ਕਮਰੇ ਦੇ ਬਾਹਰ ਰੱਖ ਕੇ ਫਿਰ ਚਲੇ ਜਾਈਏ, ਫਿਰ ਜਿਹਨੂੰ ਇਨਫੈਕਸ਼ਨ ਹੈਗਾ ਉਹ ਲੈ ਲਵੇ। ਬਾਥਰੂਮ ਵੀ ਉਹਨਾਂ ਦੇ ਘਰ ਵਿੱਚ, ਉਹਨਾਂ ਦੇ ਕਮਰੇ ਵਿੱਚ ਹੀ ਹੋਵੇ, ਮਤਲਬ ਕੁਝ ਵੀ ਚੀਜ਼ ਮਿਲੇ ਜੁਲੇ। ਜੀ ਬਿਲਕੁਲ। ਇਸ ਤੋਂ ਬਾਅਦ ਆਪਾਂ ਨੈਕਸਟ ਕਾਲਰ ਦੀ ਕਾਲ ਲੈਣੇ ਆ ਤੇ ਇੱਕ ਇੱਕ ਕਰਕੇ ਫਿਰ ਅਸੀਂ ਰਿਪਲਾਈ ਕਰਾਂਗੇ। ਸ਼ਾਇਦ ਫੋਨ ਡਿਸਕਨੈਕਟ ਹੋ ਗਿਆ। ਸਰ ਨੈਕਸਟ ਕਾਲਰ ਸੀਗੇ, ਉਹਨਾਂ ਨੇ ਬ੍ਰੈਂਪਟਨ ਤੋਂ ਕਾਲ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਵਾਈਫ ਨੂੰ ਵੈਰੀਕੋਵੇਨਸ ਦੀ ਪ੍ਰੋਬਲਮ ਹੈਗੀ ਆ, ਕਿ ਉਹ ਇੰਜੈਕਸ਼ਨ ਲੈ ਸਕਦੇ ਨੇ, ਕੋਵਿਡ ਦੀ ਵੈਕਸੀਨ ਲੈ ਸਕਦੇ ਨੇ? ਹਾਂਜੀ, ਵੈਰੀਕੋਜ਼ ਵੇਨਸ ਤਾਂ ਕੋਈ ਇਮਿਊਨ ਸਿਸਟਮ ਦੀ ਪ੍ਰੋਬਲਮ ਨਹੀਂ ਹੈਗੀ ਆ, ਉਹ ਤਾਂ ਸਿਰਫ ਵੇਨ ਜਿਹੜੀਆਂ ਨੇ ਮੋਟੀਆਂ ਹੋ ਜਾਂਦੀਆਂ ਨੇ
ਤੇ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਹੈ ਵੈਕਸੀਨ ਲਗਾਉਣ ਵਿੱਚ, ਲਗਵਾ ਲੈਣੀ ਚਾਹੀਦੀ ਹੈ। ਜੀ ਬਿਲਕੁਲ ਸਰ, ਕਾਲਰ ਇੱਕ ਕਰਕੇ ਜੁੜੇ ਸ਼ੁਰੂ ਹੋ ਗਏ ਨੇ, ਅਸੀਂ ਨਾਲ ਦੀ ਨਾਲ ਕਾਲਸ ਵੀ ਲਵਾਂਗੇ। ਇਸ ਤੋਂ ਬਾਅਦ ਵਿਨੀਪੈਗ ਤੋਂ ਕਾਲ ਆਈ ਸੀ ਅਵਤਾਰ ਜੀ ਦੀ, ਉਹਨਾਂ ਦੇ ਬਾਰੇ ਅਸੀਂ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਜੀ, ਮੈਂ ਵਾਲੀਆ ਬੋਲ ਰਿਹਾ ਜੀ ਬ੍ਰੈਂਪਟਨ ਤੋਂ। ਜੀ ਦੱਸੋ ਮੈਂ ਡਾਕਟਰ ਸਾਹਿਬ ਨੇ ਗੱਲ ਪੁੱਛਣੀ ਸੀਗੀ ਜੀ। ਮੇਰੇ 7-8 ਮਹੀਨੇ ਪਹਿਲਾਂ ਤਕਰੀਬਨ ਖਾਂਸੀ ਜਿਹੀ ਹੋਈ ਸੀ ਮੈਨੂੰ, ਤਾਂ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਬੈਨਾਲਿਨ ਲੈ ਲਈ, ਤਾਂ ਉਹ ਹਫਤਾ ਠੀਕ ਹੋਈ। ਉਸ ਤੋਂ ਬਾਅਦ ਨਹੀਂ, ਤਾਂ ਮੈਂ ਡਾਕਟਰ ਕੋਲ ਗਿਆ, ਡਾਕਟਰ ਨੇ ਮੈਨੂੰ ਅਪਰ GI ਕਰਾਉਣ ਦੀ ਸਲਾਹ ਦਿੱਤੀ ਸੀ, ਤੇ ਮੈਂ ਅਪਰ GI ਕਰਾਈ। ਉਸ ਤੋਂ ਬਾਅਦ ਮੇਰਾ ਜਿਹੜਾ ਹੈ ਗਲਾ ਠੀਕ ਨਹੀਂ ਹੋਇਆ, ਖਾਂਸੀ ਜਿਹੀ ਰਹੀ, ਗਲੇ 'ਚ ਥੋੜੀ ਜਿਹੀ ਪਿੰਚ ਚੁਭਦੇ ਰਹੇ। ਫਿਰ ਡਾਕਟਰ ਨੇ ਮੈਨੂੰ ਕਿਹਾ ਐਂਡੋਸਕੋਪੀ ਕਰਾਉਣ ਵਾਸਤੇ। ਐਂਡੋਸਕੋਪੀ ਕਰਾਉਣ ਤੋਂ ਬਾਅਦ ਪਤਾ ਲੱਗਿਆ ਜੀ ਕਿ ਮੈਨੂੰ ਗੈਸ ਦੀ ਬਹੁਤ ਟਰਬਲ ਹੈਗੀ, ਲੇਕਿਨ ਫਿਰ ਉਹਨਾਂ ਨੇ ਮੈਨੂੰ ਕਿਹਾ ਪੈਂਟਾਪ੍ਰੋਜ਼ੋਲ ਜਿਹੜੀ ਹੈ ਟੈਬਲੇਟ ਦਿੱਤੀ ਹੈ। ਪੈਂਟਾਪ੍ਰੋਜ਼ੋਲ ਦੇਣ ਤੋਂ ਬਾਅਦ ਟੈਬਲੇਟ ਲਵਾਉਂਦਾ ਠੀਕ ਰਹਿੰਦਾ ਹੈ ਜੀ। ਉਸ ਤੋਂ ਬਾਅਦ ਫਿਰ ਉਹ ਡਾਈਜੈਸ਼ਨ ਸਿਸਟਮ ਥੋੜਾ ਜਿਹਾ ਖਰਾਬ ਜਿਹਾ ਰਹਿੰਦਾ ਹੈ। ਜਿਸ ਤਰ੍ਹਾਂ ਇਹ ਕੰਟੀਨਿਊ ਰੱਖਣੀ ਹੈ ਪੈਂਟਾਪ੍ਰੋਜ਼ੋਲ, ਡਾਕਟਰ ਕਹਿੰਦਾ 3 ਮਹੀਨੇ ਬਾਅਦ ਛੱਡ ਦਿਓ। 3 ਮਹੀਨੇ ਬਾਅਦ ਛੱਡਦਾ ਤਾਂ ਫਿਰ ਗਲਾ ਖਰਾਬ ਔਰ ਪੇਟ 'ਚ ਜਿਹੜੀ ਹੈ ਡਾਈਜੈਸ਼ਨ ਸਿਸਟਮ ਠੀਕ ਨਹੀਂ ਹੁੰਦਾ, ਜਿਹਨੂੰ ਕਹਿੰਦੇ ਗਰਡ ਹੈ, ਕੁਛ ਇਹੋ ਜਿਹਾ ਸਿਸਟਮ ਡਾਕਟਰ ਨੇ ਦੱਸਿਆ ਸੀਗਾ। ਤਾਂ ਜੀ ਕੋਈ ਦਵਾਈ ਵਗੈਰਾ ਕੋਈ ਪ੍ਰੋਪਰ ਇਹਦਾ ਇਲਾਜ ਨਹੀਂ ਹੈ ਜੀ? ਤੁਸੀਂ 1 ਮਿੰਟ ਲਈ ਹੋਲਡ ਕਰਿਓ ਜੀ। ਡਾਕਟਰ ਬਜਾਜ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਏਜ ਕਿੰਨੀ ਹੈਗੀ ਹੈ, ਹੋਰ ਕੋਈ ਵੀ ਦਵਾਈਆਂ ਲੈਂਦੇ ਹੈਗੇ? ਜੀ ਤੁਹਾਡੀ ਏਜ ਕਿੰਨੀ ਹੈ? ਮੇਰੀ 65 ਤੇ ਕੋਈ ਹੋਰ ਮੈਡੀਸਨ ਵੀ ਖਾਂਦੇ ਹੋ ਤੁਸੀਂ? ਹੋਰ ਕੋਈ ਨਹੀਂ ਖਾਂਦਾ ਜੀ, ਮੈਨੂੰ ਹੋਰ ਕੋਈ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈ ਜੀ। ਕੋਈ ਕਹਿੰਦਾ ਕੋਡੀ ਹਿਲ ਗਈ ਹੈ, ਕੁਛ ਹੈ ਜਾਂ ਵੀ ਕੁਛ ਕਹਿੰਦੇ ਲੋਕੀ, ਬਟ ਆਈ ਡੋਨਟ ਬਿਲੀਵ ਔਨ ਦੈਟ ਵਨ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਨੈਕਸਟ ਕਾਲਰ ਸਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ ਜੀ। ਮੈਮ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਥੋੜਾ ਜਿਹਾ ਲਾਊਡ ਬੋਲੋਗੇ, ਤੁਹਾਡੀ ਆਵਾਜ਼ ਸਮਝ ਨਹੀਂ ਆ ਰਹੀ ਮੈਨੂੰ। ਮੈਨੂੰ ਗਠੀਏ ਦੀ ਪ੍ਰੋਬਲਮ ਹੈ। ਗਠੀਏ ਦੀ ਪ੍ਰੋਬਲਮ ਹੈ ਤੁਹਾਨੂੰ? ਜੀ ਹਾਂਜੀ, ਤੇ ਮੈਂ ਵੈਕਸੀਨ ਲਗਵਾ ਸਕਦੀ ਹਾਂ? ਗਠੀਏ ਦੀ ਪ੍ਰੋਬਲਮ ਵਾਲੇ ਵੈਕਸੀਨ ਲਗਵਾ ਸਕਦੇ ਨੇ ਕਿ ਨਹੀਂ? ਜੀ ਕਿਹੜਾ ਗਠੀਆ ਹੈਗਾ ਜੀ? ਰੂਮੇਟੋਇਡ ਆਰਥਰਾਈਟਿਸ ਹੈਗਾ ਕਿ ਨਹੀਂ? ਉਹਦੇ ਵਾਸਤੇ ਦਵਾਈਆਂ ਕਿਹੜੀਆਂ ਲੈਂਦੇ? ਕਿਹੜਾ ਗਠੀਆ ਹੈ ਤੁਹਾਨੂੰ ਤੇ ਕਿਹੜੀਆਂ ਦਵਾਈਆਂ ਖਾਂਦੇ ਹੋ ਤੁਸੀਂ? ਹੈਲੋ, ਹਾਂਜੀ, ਮੈਂ ਪੇਨ ਕਿਲਰ ਖਾਂਦੀ ਤੇ ਮੈਂ ਇੰਡੀਆ ਦੀ ਦਵਾਈ ਖਾਂਦੀ ਹਾਂ। ਇੰਡੀਆ ਦੀ ਦਵਾਈ ਖਾਂਦੇ ਆ ਜੀ, ਠੀਕ ਹੈ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ, ਅਸੀਂ ਹੈਮਿਲਟਨ ਤੋਂ ਬੋਲਦੇ ਹਾਂ ਜੀ। ਮੇਰੀ ਮੰਮੀ ਬਾਰੇ ਪੁੱਛਣਾ ਸੀਗਾ, ਉਹਨਾਂ ਨੂੰ ਨਵੰਬਰ 'ਚ 5 ਸਾਲ ਹੋ ਜਾਣੇ, ਸਟ੍ਰੋਕ ਹੋਈ ਸੀਗੀ, ਹੁਣ ਉਹ BP ਦੀ, ਹਾਰਟ ਦੀ ਤੇ ਸਟ੍ਰੋਕ ਵਾਲੀ ਦਵਾਈ ਖਾਂਦੇ ਆ। ਅਸੀਂ ਪੁੱਛਣਾ ਸੀ ਵੀ ਇੰਜੈਕਸ਼ਨ ਲਗਵਾ ਸਕਦੇ ਹਾਂ ਅਸੀਂ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮਾਫੀ ਚਾਹਾਂਗੇ ਜੀ, ਕੁਝ ਸਮੇਂ ਲਈ ਸੀ, ਹੁਣ ਕਾਲਸ ਹੋਲਡ ਕਰਾਂਗੇ, ਉਸ ਤੋਂ ਬਾਅਦ ਫਿਰ ਅਸੀਂ ਆਨਸਰ ਦਿੰਦੇ ਹਾਂ। ਸਰ ਇੱਕ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਬੋਲ ਰਿਹਾ ਜੀ। ਹਾਂਜੀ ਦੱਸੋ ਜੀ ਸਰ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਬ੍ਰੈਂਪਟਨ ਤੋਂ ਬੋਲ ਰਿਹਾ ਜੀ। ਮੇਰਾ ਨਾਮ ਵਜ਼ੀਰ ਸਿੰਘ ਹੈ ਜੀ। ਤੇ ਸਾਡੀ ਬੇਟੀ ਨੂੰ ਕੋਰੋਨਾ ਪੋਜ਼ਿਟਿਵ ਆਇਆ ਜੀ, 2 ਅਪ੍ਰੈਲ ਨੂੰ ਟੈਸਟ ਕਰਾਇਆ ਸੀ ਜੀ। ਤੇ ਉਹਨੂੰ ਹੁਣ ਸੈਕੰਡ ਟੈਸਟ ਕਦੋਂ ਕਰਾਉਣਾ ਚਾਹੀਦਾ ਤੇ ਵੈਕਸੀਨ ਕਦੋਂ ਲਗਾਉਣੀ ਚਾਹੀਦੀ, ਜੋ ਚਾਈਲਡ ਕੇਅਰ ਕੰਮ ਕਰਦੀ ਸੀ ਜੀ? ਜੀ 1 ਮਿੰਟ ਲਈ ਤੁਸੀਂ ਹੋਲਡ ਕਰਿਓ। ਡਾਕਟਰ ਬਜਾਜ ਕੁਝ ਪੁੱਛਣਾ ਜਾਂ ਆਨਸਰ ਦੇਈਏ ਆਪਾਂ? ਨਹੀਂ, ਆਨਸਰ ਦੇ ਦਿਓ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਮੋਸਟ ਆਫ ਦਾ ਕੇਸਿਸ ਦੇ ਵਿੱਚ ਜਿਹੜੇ ਹੁੰਦੇ ਆ, ਆਪਾਂ ਨੂੰ ਸੇਮ ਹੀ ਕੁਐਸਚਨਸ ਆਉਂਦੇ ਆ ਕਿ ਕਦੋਂ ਅਸੀਂ ਟੈਸਟ ਕਰਵਾਈਏ ਜਾਂ ਕਿੰਨਾ ਟਾਈਮ ਦਾ ਗੈਪ ਪਾਈਏ। ਸੋ ਆਲਮੋਸਟ ਲਗਭਗ ਸਾਰਿਆਂ ਦਾ ਸੇਮ ਹੀ ਮੇਰੇ ਖਿਆਲ ਸਰ ਇਹਦੇ ਵਿੱਚ ਰਿਪਲਾਈ ਹੁੰਦਾ ਕਿ ਕੋਵਿਡ ਤੋਂ ਬਾਅਦ ਕਿੰਨੇ ਚਿਰ ਤੱਕ ਤੁਸੀਂ ਗੈਪ ਪਾ ਸਕਦੇ ਹੋ। ਨੈਕਸਟ ਸਾਡੇ ਕਾਲਰ ਜੀ ਸਰ, ਨੈਕਸਟ ਕਾਲਰ ਸੀ ਵਿਨੀਪੈਗ ਤੋਂ ਅਵਤਾਰ ਸਿੰਘ ਜੀ ਦਾ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਮਦਰ ਦੀ ਉਮਰ 80 ਸਾਲ ਹੈ, ਉਹ ਵੈਕਸੀਨ ਲਗਵਾਉਣ ਤੋਂ ਥੋੜਾ ਜਿਹਾ ਗੁਰੇਜ਼ ਕਰਨਾ ਚਾਹੁੰਦੇ ਨੇ। ਉਹ ਕਹਿੰਦੇ ਨੇ ਕਿ ਮੈਂ ਕਿਤੇ ਬਾਹਰ ਤਾਂ ਆਉਣਾ ਜਾਣਾ ਨਹੀਂ ਹੁੰਦਾ, ਸੋ ਕੀ ਉਹਨਾਂ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ ਜਾਂ ਨਹੀਂ? ਜੀ ਬਿਲਕੁਲ ਲਗਵਾਉਣੀ ਚਾਹੀਦੀ ਹੈਗੀ ਹੈ। ਉਮਰ ਜਿਹੜੀ ਹੈਗੀ ਹੈ ਸਭ ਤੋਂ ਜ਼ਿਆਦਾ ਵੱਡਾ ਰਿਸਕ ਫੈਕਟਰ ਹੈਗਾ ਕਿ ਕਿੰਨਾ ਜ਼ਿਆਦਾ ਵਾਇਰਸ ਖਤਰੇ ਦਾ ਘਰ ਬਣ ਸਕਦਾ ਹੈਗਾ। ਤੇ ਵਾਇਰਸ ਸਹੀ ਗੱਲ ਹੈ ਕਿ ਲੋਕਾਂ ਤੋਂ ਹੀ ਫੈਲਣਾ ਹੈ, ਪਰ ਆਪਣੇ ਘਰ ਦੇ ਲੋਕਾਂ ਤੋਂ ਵੀ ਫੈਲ ਸਕਦਾ ਹੈਗਾ। ਸੋ ਆਪਾਂ ਉਹ ਘਰ ਵਿੱਚ ਇਕੱਲੇ ਤਾਂ ਰਹਿੰਦੇ ਨਹੀਂ ਹੈਗਾ, ਜੋ ਵੀ ਹੋਰ ਵੀ ਕੋਈ ਰਹਿੰਦਾ ਘਰ, ਤੇ ਜੇ ਉਹ ਬਾਹਰ ਜਾਂਦਾ ਹੈਗਾ ਤੇ ਵਾਪਸ ਆਉਂਦਾ ਹੈਗਾ, ਇਨਫੈਕਸ਼ਨ ਇਸੇ ਤਰ੍ਹਾਂ ਵੀ ਫੈਲ ਸਕਦਾ ਹੈਗਾ ਉਹਨਾਂ ਨੂੰ। ਕਈ ਵਾਰੀ ਪਤਾ ਵੀ ਨਹੀਂ ਲੱਗਦਾ, ਜਿਹੜਾ ਬਾਹਰ ਜਾਂਦਾ ਹੈਗਾ ਉਹਨਾਂ ਨੂੰ ਇਨਫੈਕਸ਼ਨ ਹੋਇਆ ਹੁੰਦਾ ਹੈ ਤੇ ਪਤਾ ਵੀ ਨਹੀਂ ਲੱਗਦਾ ਕਦੋਂ ਫੈਲ ਜਾਂਦਾ ਹੈ। ਈਵਨ ਵੈਕਸੀਨ ਤੋਂ ਬਾਅਦ ਜੇ ਜੋ ਬਾਹਰ ਜਾਂਦਾ ਉਹਨੂੰ ਵੈਕਸੀਨ ਲੱਗ ਵੀ ਗਈ ਹੋਵੇ ਤਾਂ ਸਾਨੂੰ ਇਹ ਨਹੀਂ ਪਤਾ ਕਿ 100% ਉਹ ਪ੍ਰੋਟੈਕਸ਼ਨ ਕਰੇਗਾ ਕਿ ਵੀ ਫੈਲਾ ਨਹੀਂ ਸਕਣਗੇ। ਆਪਣੀ ਪ੍ਰੋਟੈਕਸ਼ਨ ਹੋ ਜਾਂਦੀ ਹੈ,
ਪਰ ਆਪਣੀ ਮਦਰ ਦੀ ਪ੍ਰੋਟੈਕਸ਼ਨ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਉਹ ਘਰ ਵੀ ਰਹਿੰਦੇ ਹੈਗੇ ਆ 80 ਸਾਲ ਦੇ ਹੈਗੇ ਆ ਤੇ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਕਿ ਉਹਨਾਂ ਨੂੰ ਵੈਕਸੀਨ ਲਗਾਉਣੀ ਚਾਹੀਦੀ। ਜੀ ਬਿਲਕੁਲ। ਤੇ ਫਿਰ ਉਸ ਤੋਂ ਬਾਅਦ ਨੈਕਸਟ ਸੀਗੇ ਕਾਲਰ ਤੇ ਉਹਨਾਂ ਦਾ ਕਹਿਣਾ ਸੀ ਕਿ ਬ੍ਰੈਂਪਟਨ ਤੋਂ ਕਿ ਉਹਨਾਂ ਦੇ ਹਸਬੈਂਡ ਡਰਾਈਵਰ ਨੇ, ਟਰੱਕ ਡਰਾਈਵਿੰਗ ਦੀ ਜੌਬ ਕਰਦੇ ਨੇ ਤੇ ਜਦੋਂ ਉਹਨਾਂ ਨੂੰ ਅਪਾਇੰਟਮੈਂਟ ਬੁੱਕ ਕੀਤੀ ਉਹ ਆਪਦੀ ਵੈਕਸੀਨ ਲੈਣ ਲਈ ਗਏ ਤਾਂ ਉਹਨਾਂ ਨੂੰ ਡੋਜ਼ ਇਹ ਦੇ ਕੇ ਕਹਿ ਕੇ ਮਨਾ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਪਹਿਲਾਂ 14 ਡੇਜ਼ ਲਈ ਕੁਆਰੰਟਾਈਨ ਕਰਨਾ ਪੈਣਾ ਆ। ਸੋ ਉਹਦੇ ਬਾਰੇ ਜਾਣਨਾ ਜੀ ਉਹਦੇ ਬਾਰੇ ਜਾਣਨਾ ਚਾਹੁੰਦੇ ਨੇ ਜੀ। ਸੋ ਜੇ ਆਪਾਂ ਅਮਰੀਕਾ ਦੀ ਬਾਰਡਰ ਦੀ ਗੱਲ ਕਰੀਏ ਤਾਂ ਜਿਹੜੇ ਟਰੱਕ ਡਰਾਈਵਰ ਵੀਰ ਭੈਣਾਂ ਹੈਗੀਆਂ ਨੇ ਉਹਨਾਂ ਨੂੰ ਕੁਆਰੰਟੀਨ ਵੈਸੇ ਨਹੀਂ ਕਰਨਾ ਪੈ ਰਿਹਾ ਹੈਗਾ ਕਿਉਂਕਿ ਉਹਨਾਂ ਨੂੰ ਐਗਜ਼ੈਂਪਸ਼ਨ ਦਿੱਤੀ ਗਈ ਹੈਗੀ ਹੈ ਕਿ ਤੁਸੀਂ ਇੰਨਾ ਕੰਮ ਕਰ ਰਹੇ ਹੈਗੇ ਹੋ, ਜ਼ਰੂਰੀ ਕੰਮ ਕਰ ਰਹੇ ਹੈਗੇ ਹੋ, ਐਸੈਂਸ਼ੀਅਲ ਵਰਕ ਕਰ ਰਹੇ ਹੈਗੇ ਹੋ ਤੇ ਕੁਆਰੰਟੀਨ ਕਰਨ ਦੀ ਜ਼ਰੂਰਤ ਨਹੀਂ ਹੈਗੀ ਆ। ਪਰ ਵੈਕਸੀਨ ਸੈਂਟਰ ਕੀ ਕਰ ਰਹੇ ਨੇ ਮੈਨੂੰ ਇਹਦਾ ਅੰਦਾਜ਼ਾ ਨਹੀਂ ਹੈਗਾ। ਮੇਰੀ ਪਹਿਲੀ ਸ਼ਿਫਟ ਹੈਗੀ ਆ ਇਸ ਫਰਾਈਡੇ ਵੈਕਸੀਨ ਵੋਲੰਟੀਅਰ ਦੀ ਤਰ੍ਹਾਂ। ਮੈਂ ਪੁੱਛ ਸਕਦਾ ਹੈਗਾ ਉਹਨਾਂ ਨੂੰ ਕਿ ਉਹ ਕੀ ਕਰ ਰਹੇ ਹੈਗੇ ਨੇ ਜਿਹੜੇ ਲੋਕ US ਟਰੱਕ ਚਲਾਉਂਦੇ ਹੈਗੇ ਨੇ ਉਹਨਾਂ ਵਾਸਤੇ, ਕਿਉਂਕਿ ਆਪਣੇ ਬਹੁਤ ਸਾਰੇ ਕਮਿਊਨਿਟੀ ਹੈਗੀ ਹੈ ਜਿਹੜੀ ਇਹਦੇ ਨਾਲ ਅਫੈਕਟਡ ਹੋਏਗੀ। ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈਗਾ। ਮੇਬੀ ਅਗਲੇ ਹਫਤੇ ਅਗਲੇ ਟਿਊਜ਼ਡੇ ਇਹਦਾ ਆਨਸਰ ਮੈਂ ਦੇ ਸਕਾਂ। ਬਿਲਕੁਲ ਜੀ। ਸੋ ਆਪਣੇ ਦਰਸ਼ਕ ਨੂੰ ਕਵਾਂਗੇ ਮੈਮ ਨੂੰ ਕਿ ਤੁਸੀਂ ਨੈਕਸਟ ਟਿਊਜ਼ਡੇ ਸਾਡਾ ਪ੍ਰੋਗਰਾਮ ਜ਼ਰੂਰ ਦੇਖਿਓ ਤੇ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਇਹਦਾ ਜਵਾਬ ਦੇਣ ਲਈ। ਸਰ ਲਾਸਟ ਕਾਲਰ ਜੁੜ ਗਏ ਨੇ, ਉਹ ਕਾਲ ਲੈ ਰਹੇ ਸੀ। ਉਸ ਤੋਂ ਬਾਅਦ ਮੁਆਫੀ ਚਾਹਾਂਗੇ ਦਰਸ਼ਕਾਂ ਨੂੰ ਕਿ ਹੋਰ ਕਾਲਸ ਅਸੀਂ ਨਹੀਂ ਲੈ ਸਕਦੇ, ਸਾਡੇ ਕੋਲ ਆਲਰੇਡੀ ਕੁਐਸਚਨਸ ਨੇ ਤੇ ਇਹਨਾਂ ਦੀ ਰਿਪਲਾਈ ਕਰਨੇ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਕੈਲਵਿਨ ਤੋਂ ਬੋਲ ਰਿਹਾ। ਮੈਂ ਘਰ ਸੇ ਮੇਰੀ ਉਮਰ 77 ਸਾਲ ਹੈ। ਮੇਰਾ ਜਦ ਇੰਜੈਕਸ਼ਨ ਲਵਾਇਆ ਸੀ ਸਰ ਤੁਹਾਡਾ ਰਿਪਲਾਈ ਕਰ ਦਿੱਤਾ। ਸਰ ਤੁਹਾਡਾ ਰਿਪਲਾਈ ਹੋ ਗਿਆ ਹੈ। ਤੁਹਾਡਾ ਸ਼ੁਕਰੀਆ ਬਹੁਤ ਬਹੁਤ ਕਾਲ ਕਰਨ ਲਈ। ਤੁਹਾਡਾ ਰਿਪਲਾਈ ਅਸੀਂ ਕਰ ਦਿੱਤਾ ਆ। ਨੈਕਸਟ ਕਾਲਰ ਸਰ ਮਿਸਟਰ ਵਾਲੀਆ ਜੁੜੇ ਸੀਗੇ ਸਾਡੇ ਨਾਲ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ 7-8 ਮਹੀਨੇ ਪਹਿਲਾਂ ਖਾਂਸੀ ਦੀ ਪ੍ਰੋਬਲਮ ਹੋਈ ਸੀ ਤੇ ਉਹਨਾਂ ਨੇ GI ਦੀ ਵੀ ਕਰਵਾਈ ਹੈ, ਉਸ ਤੋਂ ਬਾਅਦ ਐਂਡੋਸਕੋਪੀ ਵੀ ਕਰਵਾਈ ਹੈ। ਸੋ ਪੁੱਛਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਕਿਹਾ ਗਿਆ ਸੀ ਇੱਕ ਮੈਡੀਸਨ ਦੇ ਉੱਤੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹ ਮੈਡੀਸਨ ਖਾਓ 3 ਮਹੀਨੇ ਲਈ, ਉਸ ਤੋਂ ਬਾਅਦ ਛੱਡ ਦਿਓ, ਬਟ ਜੇ ਉਹ ਛੱਡਦੇ ਨੇ ਉਹਨਾਂ ਦੀ ਕੰਡੀਸ਼ਨ ਫਿਰ ਸੇਮ ਹੋ ਜਾਂਦੀ ਹੈ। ਜੀ ਸੋ ਉਹਨਾਂ ਨੇ ਸਕੋਪ ਮਤਲਬ ਕਿ ਕੈਮਰਾ ਪਾ ਕੇ ਦੇਖਿਆ ਹੈਗਾ, ਢਿੱਡ ਵਿੱਚ ਕੋਈ ਅਲਸਰ ਵਗੈਰਾ ਨਹੀਂ ਹੈਗਾ, ਜੋ ਕਿ ਚੰਗੀ ਗੱਲ ਹੈਗੀ ਆ। ਤੇ ਐਸਿਡਿਟੀ ਦੀ ਪ੍ਰੋਬਲਮ ਵਾਸਤੇ ਉਹਨਾਂ ਨੂੰ ਐਸਿਡਿਟੀ ਦੀ ਮੈਡੀਸਨ ਦਿੱਤੀ ਗਈ ਹੈਗੀ ਆ। ਜੇ ਉਹ 3 ਮਹੀਨੇ ਲੈ ਕੇ ਵੀ ਫਿਰ ਵੀ ਪ੍ਰੋਬਲਮ ਰਹਿ ਰਹੀ ਹੈਗੀ ਆ ਤੇ ਆਪਾਂ 2-3 ਚੀਜ਼ਾਂ ਹੋਰ ਕਰੀਏ ਜਿਹਦੇ ਨਾਲ ਹੋ ਸਕਦਾ ਕੁਝ ਫਰਕ ਪਵੇ। ਜੇ ਉਹਦੇ ਨਾਲ ਵੀ ਨਹੀਂ ਫਰਕ ਪੈਂਦਾ ਤੇ ਫਿਰ ਆਪਾਂ ਉਹ ਟੈਸਟ ਕਰਾਉਣ ਦੀ ਜ਼ਰੂਰਤ ਹੈਗੀ ਹੈ। 2-3 ਚੀਜ਼ਾਂ ਕਿਹੜੀਆਂ ਹੈਗੀਆਂ ਨੇ ਕਿ ਆਪਾਂ ਮਿਰਚਾਂ ਛੱਡ ਦਈਏ, ਤਲੀਆਂ ਹੋਈਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬਿਲਕੁਲ ਛੱਡ ਦਈਏ। ਜੇ ਭਾਰ ਜ਼ਿਆਦਾ ਹੈਗਾ ਤਾਂ ਭਾਰ ਘਟਾਉਣ ਦੀ ਕੋਸ਼ਿਸ਼ ਕਰੀਏ, ਖਾਣਾ ਘੱਟ ਖਾਈਏ ਤੇ ਉਹਦੇ ਨਾਲ ਵੀ ਫਰਕ ਪੈਂਦਾ। ਜੇ ਇਹਦੇ ਨਾਲ ਵੀ ਨਹੀਂ ਫਰਕ ਪੈਂਦਾ ਹੈਗਾ ਤੇ ਫਿਰ ਇੱਕ ਬੈਕਟੀਰੀਆ ਹੁੰਦਾ H. pylori ਬੈਕਟੀਰੀਆ ਹੁੰਦਾ, ਉਹਦਾ ਟੈਸਟ ਜਿਹੜਾ ਹੈਗਾ ਉਹ ਕਰਾ ਸਕਦੇ ਹੈਗੇ ਨੇ ਦੇਖਣ ਵਾਸਤੇ ਕਿ ਉਹ ਬੈਕਟੀਰੀਆ ਤਾਂ ਨਹੀਂ ਢਿੱਡ ਵਿੱਚ ਹੈਗਾ। ਉਹਦੇ ਵਾਸਤੇ ਫਿਰ ਅਲੱਗ ਕੋਰਸ ਹੁੰਦਾ ਐਂਟੀਬਾਇਓਟਿਕ ਦਾ, 6-8 ਹਫ਼ਤੇ ਦਾ, ਉਹ ਲੈਣਾ ਪੈਂਦਾ ਹੈਗਾ। ਤੁਸੀਂ ਆਪਣੇ ਡਾਕਟਰ ਨੂੰ H. pylori ਬੈਕਟੀਰੀਆ ਦਾ ਟੈਸਟ ਜੇ ਠੀਕ ਨਹੀਂ ਹੁੰਦਾ ਤੁਹਾਡਾ ਤੇ ਫਿਰ ਉਹ ਕਰਾਉਣ ਵਾਸਤੇ ਸਲਾਹ ਦੇ ਸਕਦੇ ਹੈ। ਜੀ ਬਿਲਕੁਲ। ਤੇ ਨੈਕਸਟ ਹੀ ਬ੍ਰੈਂਪਟਨ ਤੋਂ ਮੈਮ ਦੇ ਹਸਬੈਂਡ ਦੀ ਕਾਲ ਆਈ ਸੀ। ਉਹ ਪੁੱਛਣਾ ਚਾਹੁੰਦੇ ਨੇ ਕਿ ਉਹਨਾਂ ਦੀ ਵਾਈਫ ਨੂੰ ਗਠੀਏ ਦੀ ਪ੍ਰੋਬਲਮ ਹੈਗੀ ਹੈ, ਕੀ ਉਹ ਵੈਕਸੀਨ ਲਗਾ ਸਕਦੇ ਨੇ? ਜੀ ਸੋ ਗਠੀਆ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ। ਕੁਝ ਜਿਹੜੇ ਗਠੀਆ ਹੁੰਦੇ ਨੇ ਉਹ ਆਟੋ ਇਮਿਊਨ ਹੁੰਦੇ ਨੇ, ਮਤਲਬ ਆਪਣੀ ਇਮਿਊਨ ਸਿਸਟਮ ਕਰਕੇ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਰੂਮੇਟੋਇਡ ਆਰਥਰਾਈਟਿਸ ਕਹਿੰਦੇ ਹੈਗੇ ਆ। ਜੇ ਉਹ ਜਿਹਾ ਗਠੀਆ ਹੈਗਾ ਤੇ ਜੇ ਉਹਦੇ ਵਾਸਤੇ ਸਟੀਰੋਇਡ ਲੈਂਦੇ ਹੈਗੇ ਨੇ, ਸਟੀਰੋਇਡ ਮੈਡੀਸਿਨ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਇਮਿਊਨ ਸਿਸਟਮ ਨੂੰ ਘਟਾਉਣ ਵਾਸਤੇ, ਤਾਂ ਵੈਕਸੀਨ ਦਾ ਜਿਹੜਾ ਅਸਰ ਹੈਗਾ ਉਹ ਥੋੜਾ ਜਿਹਾ ਘਟ ਜਾਂਦਾ। ਵੀ ਹੋ ਸਕਦਾ ਉਹ ਪੂਰੀ ਪ੍ਰੋਟੈਕਸ਼ਨ ਨਾ ਦੇਵੇ, ਪਰ ਕਿਸੇ ਵੀ ਗਠੀਆ ਵਾਸਤੇ ਵੈਕਸੀਨ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਇਹ ਨਹੀਂ ਕਿ ਨਹੀਂ ਲਗਵਾ ਸਕਦੇ ਹੈਗੇ, ਪਰ ਹੋ ਸਕਦਾ ਹੈ ਕਿ ਜੇ ਉਹਨਾਂ ਨੂੰ ਆਟੋ ਇਮਿਊਨ ਬਿਮਾਰੀ ਹੈਗੀ ਆ, ਉਹਦੇ ਵਾਸਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹੈਗੀਆਂ ਨੇ, ਤਾਂ ਫਿਰ ਹੋ ਸਕਦਾ ਹੈ ਵੈਕਸੀਨ ਦਾ ਅਸਰ ਉਹਨਾਂ 100% ਨਾ ਹੋਵੇ, ਪਰ ਫਿਰ ਵੀ ਜਿੰਨਾ ਵੀ ਅਸਰ ਆਉਂਦਾ ਹੈਗਾ ਵੈਕਸੀਨ ਜ਼ਰੂਰ ਲਗਵਾ ਲੈਣੀ ਚਾਹੀਦੀ ਹੈਗੀ ਆ। ਨੁਕਸਾਨ ਕੋਈ ਗਠੀਏ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਆ, ਕੋਈ ਨੁਕਸਾਨ ਹੋਣ ਦਾ ਐਵੇਂ ਖਤਰਾ ਨਹੀਂ। ਜੀ ਬਿਲਕੁਲ। ਇਸ ਤੋਂ ਬਾਅਦ ਸੀ ਹੈਮਿਲਟਨ ਤੋਂ ਕਾਲ ਆਈ ਸੀ। ਆਪਣੀ ਮਦਰ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਸੀ ਕਿ ਉਹਨਾਂ ਨੂੰ 5 ਸਾਲ ਪਹਿਲਾਂ ਸਟ੍ਰੋਕ ਹੋਇਆ ਸੀ, BP, ਹਾਰਟ ਤੇ ਸਟ੍ਰੋਕ ਦੀ ਉਹ ਮੈਡੀਸਨ ਖਾ ਰਹੇ ਨੇ, ਕਿ ਉਹਨਾਂ ਨੂੰ ਕੋਰੋਨਾ ਵਾਇਰਸ ਦੀ ਲੈਣੀ ਚਾਹੀਦੀ ਹੈ ਡੋਜ਼? ਜੀ ਸੋ ਆਪਾਂ ਮੇਰੇ ਖਿਆਲ ਲਾਸਟ ਕੁਐਸਚਨ ਨਹੀਂ ਹੋਏਗਾ ਤਰਨਜੀਤ ਜੀ? ਹੋ ਰਿਹਾ, ਜਸਟ ਇੱਕ ਕੁਐਸਚਨ ਹੋ ਰਿਹਾ ਇਸ ਤੋਂ ਬਾਅਦ। ਅੱਛਾ ਜੀ, ਪਹਿਲਾਂ ਉਹ ਕਰ ਲੈਣੇ। ਜੀ ਬਿਲਕੁਲ। ਉਹਨਾਂ ਦਾ ਹੈਗਾ ਜੀ ਬ੍ਰੈਂਪਟਨ ਤੋਂ ਆਈ ਸੀ ਮਿਸਟਰ ਸਿੰਘ ਦੀ ਕਾਲ। ਉਹਨਾਂ ਦੀ ਬੇਟੀ ਨੂੰ 2 ਅਪ੍ਰੈਲ ਨੂੰ ਕੋਰੋਨਾ ਵਾਇਰਸ ਹੋਇਆ ਸੀ। ਉਹ ਪੁੱਛਣਾ ਚਾਹੁੰਦੇ ਨੇ ਕਿ ਸੈਕਿੰਡ ਟੈਸਟ ਉਹ ਕਦੋਂ ਕਰਵਾਉਣ। ਉਹ ਚਾਈਲਡ ਕੇਅਰ ਦੇ ਵਿੱਚ ਜੌਬ ਕਰਦੇ ਸੀ। ਜੀ ਸੋ ਵੈਸੇ ਸੈਕਿੰਡ ਟੈਸਟ ਕਰਾਉਣ ਵਾਸਤੇ ਨਹੀਂ ਕਿਹਾ ਜਾਂਦਾ ਹੈਗਾ, ਪਰ ਜੇ ਤੁਸੀਂ ਚਾਈਲਡ ਕੇਅਰ ਨੂੰ ਉਹਨਾਂ ਨੇ ਬੇਟੀ ਨੇ ਜਾਣਾ ਹੈਗਾ ਵਾਪਸ ਤੇ ਫਿਰ ਆਫ ਕੋਰਸ
14 ਦਿਨ ਰੁਕ ਕੇ, ਜਦੋਂ ਤੋਂ ਸਿੰਪਟਮ ਸ਼ੁਰੂ ਹੋਏ ਸੀਗੇ ਤੇ 14 ਦਿਨ ਰੁਕ ਕੇ ਉਹ ਟੈਸਟ ਕਰਾ ਸਕਦੇ ਹੈਗੇ ਨੇ। ਤੇ ਫਿਰ ਜਿਵੇਂ ਕਹਿ ਰਹੇ ਸੀਗੇ 1 ਮਹੀਨਾ ਰੁਕ ਕੇ ਵੈਕਸੀਨ ਜਿਹੜਾ ਹੈਗਾ ਲਗਵਾ ਸਕਦੇ ਹੈਗੇ ਨੇ। ਦੁਬਾਰਾ 14 ਦਿਨ ਰੁਕ ਕੇ ਸਿਰਫ ਇਸ ਲਈ ਕਿਉਂਕਿ ਉਹਨਾਂ ਨੇ ਡੇ ਕੇਅਰ ਵਿੱਚ ਜੇ ਵਾਪਸ ਆਪਣੀ ਜੌਬ ਤੇ ਜਾਣਾ ਹੈਗਾ ਤੇ ਉਹ ਮੰਗਣਗੇ ਪਹਿਲਾਂ ਨੈਗੇਟਿਵ ਟੈਸਟ ਵੀ ਆਪਾਂ ਵਾਪਸ ਜੌਬ ਤੇ ਜਾਣ ਵਾਸਤੇ। ਸਾਰਿਆਂ ਨੂੰ ਕਰਾਉਣ ਦੀ ਜ਼ਰੂਰਤ ਨਹੀਂ ਹੈ। ਜੇ ਕਿਸੇ ਨੂੰ ਕਰੋਨਾ ਵਾਇਰਸ ਹੋਇਆ, ਇੱਕ ਪੋਜ਼ਿਟਿਵ ਆਇਆ, ਐਵੇਂ ਨਹੀਂ ਕਿ 14 ਦਿਨ ਬਾਅਦ ਸਾਰਿਆਂ ਨੂੰ ਕਰਾਉਣ ਦੀ ਜ਼ਰੂਰਤ ਹੈਗੀ ਹੈ, ਐਵੇਂ ਨਹੀਂ ਹੈਗਾ, ਐ ਨਹੀਂ ਕਰਾਉਣਾ। ਜੀ ਬਿਲਕੁਲ, ਹੈਮਿਲਟਨ ਵਾਲਿਆਂ ਦਾ ਆਪਾਂ ਰਿਪਲਾਈ ਕਰ ਦਈਏ ਹੁਣ। ਜੀ, ਸੋ ਆਪਾਂ ਜੇ ਗੱਲ ਕਰੀਏ ਸੋ ਉਹਨਾਂ ਦੀ ਮਦਰ ਦੀ ਜਿਹੜੀ ਗੱਲ ਹੈਗੀ ਆ, ਸਟ੍ਰੋਕ ਦੇ ਨਾਲ ਜਾਂ ਸਟ੍ਰੋਕ ਦੀਆਂ ਦਵਾਈਆਂ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਆ, ਉਹਨਾਂ ਨੂੰ ਵੈਕਸੀਨ ਲਗਵਾ ਲੈਣੀ ਚਾਹੀਦੀ ਹੈਗੀ ਆ। ਏਜ ਵੀ ਜ਼ਿਆਦਾ ਹੈ, ਸਟ੍ਰੋਕ ਵੀ ਹੈਗਾ ਤੇ ਉਹਨਾਂ ਨੂੰ ਖਤਰਾ ਵਾਇਰਸ ਤੋਂ ਬਹੁਤ ਜ਼ਿਆਦਾ ਹੈਗਾ। ਵੈਕਸੀਨ ਤੋਂ ਕੋਈ ਖਤਰਾ ਨਹੀਂ ਹੈਗਾ, ਵੈਕਸੀਨ ਉਹਨਾਂ ਨੂੰ ਪ੍ਰੋਟੈਕਟ ਕਰੇਗੀ। ਪਰ ਜੇ ਆਪਾਂ ਗੱਲ ਕਰੀਏ ਉਹਨਾਂ ਨੂੰ ਬਲੱਡ ਥਿਨਰ ਮੈਡੀਸਿਨ ਚੱਲ ਰਹੀਆਂ ਹੋਣਗੀਆਂ, ਜਿਹੜੀਆਂ ਖੂਨ ਨੂੰ ਪਤਲਾ ਕਰਨ ਵਾਲੀਆਂ ਮੈਡੀਸਿਨ ਹੁੰਦੀਆਂ ਨੇ, ਉਹਦੇ ਨਾਲ ਵੀ ਐਵੇਂ ਕੋਈ ਖਤਰਾ ਨਹੀਂ ਹੈਗਾ, ਵੈਕਸੀਨ ਦੇ ਨਾਲ ਕੋਈ ਖਤਰਾ ਨਹੀਂ ਹੈਗਾ, ਕੋਈ ਵੀ ਵੈਕਸੀਨ ਲੱਗ ਜਾਵੇ। ਪਰ ਜੇ ਆਪਾਂ ਐਸਟਰਾਜ਼ੈਨੇਕਾ ਦੀ ਗੱਲ ਕਰੀਏ ਤੇ ਕੁਝ ਜੌਨਸਨ ਐਂਡ ਜੌਨਸਨ ਕੰਪਨੀ ਦੀ ਵੀ ਵੈਕਸੀਨ ਜਿਹੜੀ ਹੈਗੀ ਆ, ਉਹਦੇ ਵੀ ਕੇਸ ਆ ਰਹੇ ਨੇ। 10 ਲੱਖ ਚੋਂ 1 ਜਾਂ 2 ਕੇਸ ਜਿਹੜੇ ਹੈਗੇ ਨੇ ਕੁਝ ਬਲੱਡ ਕਲੌਟਿੰਗ ਦੇ ਆ ਰਹੇ ਹੈਗੇ ਨੇ। ਉਹ ਵੀ ਇਸ ਤਰ੍ਹਾਂ ਦੀ ਬਲੱਡ ਕਲੌਟਿੰਗ ਹੈਗੀ ਜਿਹਨੂੰ ਆਪਾਂ ਐਲਰਜੀ ਕਹਿ ਸਕਦੇ ਹੈਗੇ ਆ ਇੱਕ ਤਰ੍ਹਾਂ ਨਾਲ, ਕਿਉਂਕਿ ਐਲਰਜੀ ਦੇ ਨਾਲ ਪਲੇਟਲੇਟਸ ਘਟ ਜਾਂਦੇ ਹੈਗੇ ਨੇ ਤੇ ਉਹਦੇ ਨਾਲ ਫਿਰ ਬਲੱਡ ਕਲੌਟਿੰਗ ਜਿਹੜੀ ਹੈਗੀ ਆ ਹੋ ਸਕਦੀ ਹੈਗੀ ਆ। ਉਹ ਹੋ ਰਹੀ ਹੈਗੀ ਆ, ਜੇ ਹੋ ਰਹੀ ਹੈ ਤਾਂ 10 ਲੱਖ ਵਿੱਚੋਂ 1। ਤੇ ਇਹ ਸੋਚੀਏ ਕਿ 10 ਲੱਖ ਵਿੱਚੋਂ ਕਿੰਨੇ ਲੋਕ ਜਿਨ੍ਹਾਂ ਨੂੰ ਵੈਕਸੀਨ ਮਿਲੀ ਹੈਗੀ ਆ, ਉਹਨਾਂ ਨੂੰ ਕਿੰਨੇ ਲੋਕ ਬਚ ਰਹੇ ਹੈਗੇ ਨੇ, ਬਿਮਾਰੀ ਤੋਂ ਬਚ ਰਹੇ ਨੇ, ਹਸਪੀਟਲ ਜਾਣ ਤੋਂ ਬਚ ਰਹੇ ਨੇ ਤੇ ਮੌਤ ਤੋਂ ਬਚ ਰਹੇ ਹੈਗੇ ਨੇ। 10 ਲੱਖ ਜੇ ਵੈਕਸੀਨ ਲਗਾ ਰਹੇ ਹੈਗੇ ਆ, ਬਹੁਤ ਜ਼ਿਆਦਾ। ਬਿਲਕੁਲ। ਤੇ 10 ਲੱਖ ਚੋਂ ਜੇ 1 ਜਾਂ 2 ਵਿੱਚ ਹੋ ਵੀ ਰਹੀ ਹੈਗੀ ਆ ਤੇ ਆਪਾਂ ਉਹਦੇ ਵਾਸਤੇ ਘਬਰਾ ਨਹੀਂ ਜਾਣਾ ਤੇ ਇਹ ਨਹੀਂ ਸੋਚ ਲੈਣਾ ਕਿ ਵੈਕਸੀਨ ਨਹੀਂ ਲਗਾਣੀ। ਇਹ ਗੱਲ ਹੈਗੀ ਆ। ਦੂਸਰੀ ਗੱਲ ਹੈਗੀ ਹੈ ਕਿ ਵੀ ਜਿਹੜੀਆਂ ਜ਼ਿਆਦਾਤਰ ਵੈਕਸੀਨ ਕੈਨੇਡਾ ਵਿੱਚ ਹੈਗੀਆਂ ਨੇ, ਫਾਈਜ਼ਰ ਦੀਆਂ ਜਾਂ ਮੋਡਰਨਾ ਦੀਆਂ ਹੈਗੀਆਂ ਨੇ। ਤੇ ਫਾਈਜ਼ਰ ਦੀਆਂ ਮੋਡਰਨਾ ਵਿੱਚ ਇਹੋ ਜਿਹੇ ਅੱਜ ਤੱਕ ਹਾਲੇ ਤੱਕ ਤਾਂ ਕੋਈ ਵੀ ਕੇਸ ਨਹੀਂ ਆਇਆ, ਇੱਕ ਵੀ ਕੇਸ ਨਹੀਂ ਆਇਆ ਹੈਗਾ। ਆਪਾਂ ਇਹ ਸੋਚੀਏ ਕਿ 10 ਲੱਖ ਚੋਂ 1 ਕੇਸ ਵੀ ਆਪਾਂ ਫੜ ਰਹੇ ਹੈਗੇ ਆ, ਮਤਲਬ ਕਿ ਯੂਕੇ ਵਿੱਚ, US ਵਿੱਚ ਜਿਹੜਾ ਸਰਵੇਲੈਂਸ ਸਿਸਟਮ ਕਹਿ ਸਕਦੇ ਹੈਗੇ ਆ ਕਿ ਬਈ ਕਿੰਨੀ ਬਿਮਾਰੀ ਹੋ ਰਹੀ ਹੈ, ਵੈਕਸੀਨ ਦੇ ਨਾਲ ਕੋਈ ਸਾਈਡ ਇਫੈਕਟ ਤਾਂ ਨਹੀਂ ਹੋ ਰਿਹਾ, ਸਾਰਿਆਂ ਨੂੰ ਫੜਿਆ ਜਾ ਰਿਹਾ ਤੇ ਸਾਨੂੰ ਸਾਹਮਣੇ ਦੱਸਿਆ ਜਾ ਰਿਹਾ ਹੈਗਾ। ਸੋ ਐਵੇਂ ਨਹੀਂ ਕਿ ਕੁਝ ਛੁਪਾਇਆ ਜਾ ਰਿਹਾ, ਲੁਕਾਇਆ ਜਾ ਰਿਹਾ ਹੈਗਾ, ਐਵੇਂ ਦੀ ਕੋਈ ਗੱਲ ਨਹੀਂ ਹੈ। ਉਹ ਫਾਈਜ਼ਰ ਮੋਡਰਨਾ ਜਿਹੜੀਆਂ ਹੈਗੇ ਨੇ ਉਹਦਾ ਵਿੱਚ ਹਾਲੇ ਤੱਕ ਕੋਈ ਕੇਸ ਨਹੀਂ ਆਇਆ ਹੈਗਾ ਤੇ ਬਿਲਕੁਲ ਸੇਫ ਹੈਗਾ। ਜਿਹੜੀ ਐਸਟਰਾਜ਼ੈਨੇਕਾ ਜੌਨਸਨ ਐਂਡ ਜੌਨਸਨ ਦੀ ਗੱਲ ਵੀ ਹੋਈ ਹੈਗੀ ਆ, ਉਹ ਦੇਖਿਆ ਗਿਆ ਹੈ ਕਿ ਯੰਗਰ ਏਜ ਵਿੱਚ ਹੋ ਰਹੀ ਹੈ। ਇਸ ਲਈ ਕੈਨੇਡਾ ਨੇ ਐਜ਼ ਅ ਪ੍ਰੀਕਾਸ਼ਨ ਕਹਿਤਾ ਹੈਗਾ ਵੀ 55 ਸਾਲ ਤੋਂ ਘੱਟ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਐਸਟਰਾਜ਼ੈਨੇਕਾ ਦੀ ਵੈਕਸੀਨ ਨਹੀਂ ਲਗਾਈ ਜਾਏਗੀ। ਹਾਲੇ ਜੌਨਸਨ ਐਂਡ ਜੌਨਸਨ ਬਾਰੇ ਤਾਂ ਕੱਲ ਹੀ ਆਇਆ ਹੈਗਾ ਤੇ ਫਿਰ ਹਾਲੇ ਪਤਾ ਨਹੀਂ ਹੈਗਾ ਕਿ ਇਹਨਾਂ ਨੂੰ ਕਹਿਣਗੇ ਨਹੀਂ ਲਗਾਉਣਾ, ਪਰ ਐਸਟਰਾਜ਼ੈਨੇਕਾ ਦੀ ਵੈਕਸੀਨ ਐਟਲੀਸਟ 55 ਸਾਲ ਤੋਂ ਘੱਟ ਨਹੀਂ ਲਗਾਈ ਜਾਏਗੀ। ਉੱਪਰ ਵਾਲਿਆਂ ਨੂੰ ਕਿਉਂਕਿ ਪ੍ਰੋਬਲਮ ਨਹੀਂ ਹੈਗੀ, ਬਲੱਡ ਕਲੌਟਿੰਗ ਦੀ ਪ੍ਰੋਬਲਮ ਨਹੀਂ ਸਾਹਮਣੇ ਆ ਰਹੀ ਹੈਗੀ, ਕੋਈ ਪ੍ਰੋਬਲਮ ਉਹਦੇ ਵਿੱਚ ਕੋਈ ਸਾਈਡ ਇਫੈਕਟ ਹੋਣ ਦੀ ਉਮੀਦ ਬਹੁਤ ਘੱਟ ਹੈ। ਜੀ ਬਿਲਕੁਲ। ਤੇ ਸਰ ਹੁਣ ਆਪਣਾ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਆਪਾਂ ਕਾਫੀ ਹਜੇ ਡਿਸਕਸ਼ਨ ਕਰਨੀ ਸੀ ਇਸ ਟੌਪਿਕ ਦੇ ਉੱਤੇ ਪਰ ਹੋ ਨਹੀਂ ਪਾਏਗੀ। ਆਪਾਂ ਉਮੀਦ ਕਰਦੇ ਹਾਂ ਕਿ ਕਾਲਸ ਦਾ ਕਾਫੀ ਦਾ ਰਿਪਲਾਈ ਕਰ ਦਿੱਤਾ। ਕੁਝ ਦਰਸ਼ਕ ਅਜੇ ਵੀ ਕਾਲ ਕਰ ਰਹੇ ਨੇ, ਅਸੀਂ ਉਹਨਾਂ ਨੂੰ ਕਵਾਂਗੇ ਕਿ ਤੁਸੀਂ ਨੈਕਸਟ ਟਿਊਜ਼ਡੇ ਨੂੰ ਸਾਨੂੰ ਕਾਲ ਕਰ ਸਕਦੇ ਹੋ। ਡਾਕਟਰ ਬਜਾਜ ਸਾਡੇ ਨਾਲ ਹਰ ਟਿਊਜ਼ਡੇ ਜੁੜਦੇ ਨੇ ਟੋਰਾਂਟੋ ਸਮੇਂ ਦੇ ਮੁਤਾਬਿਕ ਸ਼ਾਮ ਨੂੰ 7 ਤੋਂ ਲੈ ਕੇ 8 ਵਜੇ ਤੱਕ। ਸੋ ਸਰ ਸਮਾਂ ਇਜਾਜ਼ਤ ਲੈਣ ਦਾ ਹੋ ਰਿਹਾ, ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਇਹ ਜਾਣਦੇ ਜਾਂਦੇ ਮੈਂ ਇਹ ਕਹਿਣਾ ਚਾਹਾਂਗਾ, ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀਗੀ ਵੀ ਹਾਥੀ ਜਿਹੜਾ ਹੈਗਾ ਨਿਕਲ ਗਿਆ ਹੈਗਾ, ਫਿਰ ਉਹਦੀ ਪੂਛਲ ਰਹਿ ਗਈ ਹੈਗੀ ਆ। ਆਪਾਂ ਜਿਹੜੀ ਹੈ 2-3 ਹਫ਼ਤੇ 4 ਹਫ਼ਤੇ ਜਿਹੜਾ ਲੋਕਡਾਊਨ ਹੈਗਾ ਬਹੁਤ ਸੀਰੀਅਸਲੀ ਕਰੀਏ। ਆਪਾਂ ਇਹ ਨਾ ਸੋਚੀਏ ਕਿ ਸਾਲ ਹੋ ਗਿਆ ਕਦੋਂ ਆਪਾਂ ਛੁੱਟਾਂਗੇ। ਆਪਾਂ ਜੇ ਹੁਣ ਇਹ ਲਾਸਟ ਜਿਹੜੀ ਚੀਜ਼ ਹੈਗੀ ਹੈ ਬਹੁਤ ਧਿਆਨ ਨਾਲ ਲੋਕਾਂ ਨੂੰ ਮਿਲੇ ਜੁਲੇ ਬਿਨਾਂ ਪੂਰੇ ਪ੍ਰੀਕਾਸ਼ਨ ਦੇ ਨਾਲ ਜੇ ਆਪਾਂ ਸਾਵਧਾਨੀ ਦੇ ਨਾਲ ਵਰਤ ਲਾਂਗੇ ਤੇ ਫਿਰ ਹੋਪਫੁਲੀ ਅੱਗੇ ਜਾ ਕੇ ਲੋਕਡਾਊਨ ਨਹੀਂ ਹੋਣਗੇ, ਕਿਉਂਕਿ ਵੈਕਸੀਨ ਜਿਹੜੀਆਂ ਹੈਗੀਆਂ ਨੇ ਹੁਣ ਬਹੁਤ ਜ਼ਿਆਦਾ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਤੇ ਫਿਰ ਅਗਲੀ ਵੇਵ ਤੋਂ ਸਾਨੂੰ ਬਚਾ ਕੇ ਰੱਖ ਸਕਣ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਪ੍ਰੋਗਰਾਮ 'ਚ ਆਉਣ ਲਈ ਤੇ ਦਰਸ਼ਕਾਂ ਦੇ ਸਵਾਲਾਂ ਦੇ ਵੀ ਜਵਾਬ ਦੇਣ ਲਈ। ਥੈਂਕ ਯੂ ਸੋ ਮਚ। ਥੈਂਕ ਯੂ ਜੀ ਤਰਨਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਹੈਲਥ ਟਾਕ। ਉਮੀਦ ਕਰਦੇ ਹਾਂ ਕਿ ਤੁਹਾਡੇ ਸਾਰੇ ਸਵਾਲਾਂ ਦੇ ਤੁਹਾਨੂੰ ਜਵਾਬ ਮਿਲ ਗਏ ਹੋਣਗੇ। ਜਿਨ੍ਹਾਂ ਨੂੰ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਆਨਸਰ ਤੁਸੀਂ ਮਿਸ ਕਰ ਦਿੱਤਾ, ਸਾਡਾ ਪ੍ਰੋਗਰਾਮ ਤੁਸੀਂ ਫੇਸਬੁੱਕ ਜਾਂ YouTube ਤੇ ਵੀ ਦੇਖ ਸਕਦੇ ਹੋ, ਹੈਲਥ ਟਾਕ। ਉਹਦੇ ਵਿੱਚ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਏਗਾ। ਸੋ ਫਿਲਹਾਲ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।